ਸਵਾਗਤ ਹੈ ਜੀ। ਤੁਸੀਂ ਗਰਾਊਂਡ ਪੰਜਾਬ ਟੀਵੀ ਦੇਖ ਰਹੇ ਹੋ। ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਠ। ਅੱਜ ਦੀ ਵਿਚਾਰ ਚਰਚਾ ਕੈਪਟਨ ਅਮਰਿੰਦਰ ਸਿੰਘ ਦੀ ਸਮੁੱਚੀ ਕਾਰਗੁਜ਼ਾਰੀ ਤੇ ਨਵੇਂ ਬਣੇ ਸੀਐਮ ਆਫ ਪੰਜਾਬ ਚਰਨਜੀਤ ਸਿੰਘ ਚੰਨੀ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਵਿਚਾਰ ਚਰਚਾ ਦਾ ਹਿੱਸਾ ਬਣ ਲਈ ਮੇਰੇ ਸਾਥੀ ਭਾਈ ਜ਼ੋਰਾਵਰ ਸਿੰਘ ਜੀ ਨਾਲਾ ਮੌਜੂਦ ਨੇ। ਸੋ ਦੇਖਦੇ ਹਾਂ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਨੇ, ਉਹਨਾਂ ਨੇ ਟਵਿੱਟਰ ਵਾਰ ਆਰੰਭੀ ਹੋਈ ਹੈ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਕਿ ਨਵਜੋਤ ਸਿੰਘ ਸਿੱਧੂ ਜਿਸ ਵੀ ਹਲਕੇ ਤੋਂ ਚੋਣ ਲੜਨਗੇ ਉਹ ਆਪਣਾ ਇੱਕ ਜਿਹੜਾ ਵੱਡਾ ਕੱਦਵਾਰ ਉਮੀਦਵਾਰ ਉਤਾਰਨਗੇ ਔਰ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕਰਨਗੇ। ਸੋ ਗੱਲਬਾਤ ਕੈਪਟਨ ਸਾਹਿਬ ਦੀ ਸਿਆਸਤ 'ਚੋਂ ਜਿਹੜੀ ਝਲਕਦੀ ਹੈ, ਉਹਨਾਂ ਨੂੰ ਬੜੇ ਘਾਗ ਸਿਆਸਤਦਾਨ ਕਿਹਾ ਜਾਂਦਾ, ਮੰਨਿਆ ਵੀ ਜਾਂਦਾ, ਪਰ ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਹੇ ਆ ਜਿਵੇਂ ਲੱਗਦਾ ਹੈ ਕਿ ਨਿੱਜਤਾ ਦੀ ਲੜਾਈ ਤੋਂ ਉੱਪਰ ਨਹੀਂ ਉੱਠ ਰਹੇ। ਪੰਜਾਬ ਦੇ ਮੁੱਦਿਆਂ ਨੂੰ ਅਜੇ ਵੀ ਜਿਹੜਾ ਹੈ ਉਹ ਸੰਜੀਦਗੀ ਨਾਲ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਬੇਸ਼ੱਕ ਪਿਛਲੇ 4.5 ਸਾਲ ਦਾ ਜਿਹੜਾ ਕਾਰਜਕਾਲ ਸੀ, ਇਸੇ ਗੱਲ ਕਰਕੇ ਕਿਹਾ ਜਾ ਰਿਹਾ ਕਿ ਪਾਰਟੀ ਹਾਈ ਕਮਾਂਡ ਨੇ ਔਰ ਜਿਹੜੇ 41 ਵਿਧਾਇਕ ਸਨ, 7 ਵਜ਼ੀਰ ਸਨ, ਉਹਨਾਂ ਨੇ ਵੀ ਲਿਖਤੀ ਤੌਰ ਤੇ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਜੀਦਗੀ ਨਹੀਂ ਵਿਖਾ ਰਹੇ, ਜਿਸ ਕਾਰਨ ਕਾਂਗਰਸ ਪਾਰਟੀ ਦਾ ਗ੍ਰਾਫ ਜਿਹੜਾ ਹੈ ਉਹ ਪੰਜਾਬ 'ਚ ਅੱਗੇ ਨਾਲੋਂ ਬਹੁਤ ਜ਼ਿਆਦਾ ਘਟ ਚੁੱਕਾ ਹੈ। ਔਰ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸਿਆਸਤ 'ਚ ਜਿਉਂਦਾ ਰੱਖਣ ਲਈ ਇਹ ਜਿਹੜਾ ਫੇਰ ਬਦਲਿਆ ਇਹ ਕੀਤਾ ਜਾਣਾ ਜ਼ਰੂਰੀ ਹੈ। ਸੋ ਦੇਖਿਆ ਜਾਵੇ ਤਾਂ ਪਿਛਲੇ ਦਿਨੀ 12 ਘੰਟਿਆਂ ਦੇ ਵਿੱਚ ਹੀ ਜਿਹੜਾ ਹੈ ਬੜਾ ਵੱਡਾ ਫੇਰ ਬਦਲ ਪੰਜਾਬ ਦੀ ਸਿਆਸਤ 'ਚ ਵੇਖਣ ਨੂੰ ਮਿਲਿਆ। ਕੈਪਟਨ ਅਮਰਿੰਦਰ ਸਿੰਘ ਨੂੰ ਬਿਨਾਂ ਕੋਈ ਸਪਸ਼ਟੀਕਰਨ ਮੰਗਿਆ, ਬਿਨਾਂ ਕੋਈ ਜਵਾਬ ਮੰਗਿਆ, ਪੰਜਾਬ ਦੀ ਸੱਤਾ ਤੋਂ ਲਾਂਭੇ ਕਰਕੇ ਔਰ ਨਵੇਂ ਮੁੱਖ ਮੰਤਰੀ ਨੂੰ ਕੁਰਸੀ ਉੱਪਰ ਬਿਠਾ ਦਿੱਤਾ ਗਿਆ। ਸੋ ਹੁਣ ਕੈਪਟਨ ਅਮਰਿੰਦਰ ਸਿੰਘ ਕੀ ਸੋਚ ਰੱਖਦੇ ਆ, ਕੀ ਰਣਨੀਤੀ ਰੱਖਦੇ ਆ ਕਿ ਉਹ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਵਿੱਚ ਰਹਿ ਕੇ ਹੀ ਕਾਂਗਰਸ ਦਾ ਅੰਦਰ ਖਾਤੇ ਵਿਰੋਧ ਕਰਦੇ ਆ, ਜਾਂ ਕੋਈ ਆਪਣੀ ਨਵੀਂ ਪਾਰਟੀ ਬਣਾਉਂਦੇ ਆ, ਜਾਂ ਕਿਸੇ ਹੋਰ ਪਾਰਟੀ ਨਾਲ ਜੁੜ ਕੇ ਜਾਂ ਗੱਠਜੋੜ ਕਰਕੇ ਜਾਂ ਸ਼ਾਮਲ ਹੋ ਕੇ ਉਹ ਪੰਜਾਬ ਲਈ ਗਤੀਵਿਧੀਆਂ ਜਿਹੜੀਆਂ ਜਾਰੀ ਰੱਖਦੇ ਆ। ਸੋ ਭਾਜੀ ਮੈਂ ਜਾਣਨਾ ਚਾਹੁੰਦਾ ਕਿ ਕਹਿੰਦੇ ਸਮਾਂ ਬੜਾ ਬਲਵਾਨ ਆ, ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਤੋਂ, ਹਾਈ ਕਮਾਂਡ ਤੋਂ ਕਹਿ ਲਓ, ਜਾਂ ਪੰਜਾਬ ਦੀ ਲੀਡਰਸ਼ਿਪ ਤੋਂ, ਜਾਂ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਹੋ ਕੇ ਆਪਣੀ ਵਜ਼ੀਰੀ ਤੋਂ ਰਿਜ਼ਾਈਨ ਕਰਕੇ ਆਪਣੇ ਘਰ ਦੇ ਸੋਫੇ 'ਤੇ ਬਹਿ ਕੇ ਉਹ ਨਾ ਵੀਡੀਓ ਪਾਉਂਦੇ ਹੁੰਦੇ ਸੀ, ਟਵਿੱਟਰ 'ਤੇ ਟਵੀਟ ਕਰਦੇ ਹੁੰਦੇ ਸੀ ਕਿ ਸਰਕਾਰ ਦੀ ਕਾਰਗੁਜ਼ਾਰੀ ਆਹ ਹੋਣੀ ਚਾਹੀਦੀ ਆ, ਪੰਜਾਬ ਨੂੰ ਇੰਝ ਚਲਾਇਆ ਜਾਣਾ ਚਾਹੀਦਾ। ਅਤੇ ਹਾਲਾਤ ਲੋਕ ਕਹਿੰਦੇ ਸੇਮ ਉਹੀ ਬਣ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਿ ਜਦੋਂ ਦਾ ਉਹਨਾਂ ਨੂੰ ਕੁਰਸੀ ਤੋਂ ਲਾਹ ਦਿੱਤਾ ਗਿਆ, ਹੁਣ ਉਹ ਘਰ ਸੋਫੇ 'ਤੇ ਬਹਿ ਕੇ ਨਾ ਅਜਿਹੀਆਂ ਗੱਲਾਂ ਟਵੀਟ ਕਰਦੇ ਨੇ, ਅਜਿਹੇ ਬਿਆਨ ਦਾਗਦੇ ਆ, ਕਦੇ ਮੈਂ ਸਿੱਧੂ ਨੂੰ ਹਰਾਵਾਂਗਾ, ਕਦੇ ਸਿੱਧੂ ਦੇ ਪਾਕਿਸਤਾਨ ਨਾਲ ਸੰਬੰਧ ਨੇ, ਇਹ ਦੇਸ਼ ਦੀ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਨੇ। ਉਹ ਹਾਲਾਤ ਜਿਹੜੇ ਆ ਹੁਣ ਕਿਵੇਂ ਦੇ ਬਣ ਚੁੱਕੇ ਇਸ ਵੇਲੇ? ਤੁਸੀਂ ਕੀ ਨੋਟ ਕਰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਉਹਦਾ ਜਿਹੜਾ ਮਾਨਸਿਕ ਪੱਧਰ ਹੈ ਕੀ ਚੱਲ ਰਿਹਾ ਹੋਏਗਾ? ਸਰਸਰੀ ਨਜ਼ਰੇ ਵੇਖੀਏ ਤੇ ਉਹਨਾਂ ਦੀ ਫਰਸਟ੍ਰੇਸ਼ਨ ਲੱਗਦੀ ਹੈ। ਕਹਿੰਦੇ ਹੁੰਦੇ ਫਾਰਚੂਨ ਟਰਨਸ ਲਾਈਕ ਆ ਵੀਲ, ਕਿਸਮਤ ਦਾ ਪਹੀਆ ਜਦੋਂ ਘੁੰਮਦਾ ਤੇ ਪਤਾ ਨਹੀਂ ਕਿਹੜੇ ਵੇਲੇ ਥੜਾ ਪਾਸਾ ਉੱਤੇ ਆ ਜਾਣਾ ਤੇ ਉੱਪਰਲਾ ਪਾਸਾ ਥੱਲੇ ਆ ਜਾਣਾ। ਸਮੇਂ ਨੇ ਆਪਣੀ ਕਰਵਟ ਬਦਲੀ ਆ। ਹੁਣ ਕੈਪਟਨ ਸਾਹਿਬ ਦੇ ਥੱਲਿਓਂ ਤਾਜ਼ੀ ਕੁਰਸੀ ਖਿਸਕੀ ਹੈ। ਉਹ ਇਸ ਚੀਜ਼ ਵੱਲ ਤਾਂ ਗੌਰ ਕਰ ਨਹੀਂ ਰਹੇ ਵੀ ਇਸ ਕੁਰਸੀ ਦੇ ਖਿਸਕਣ ਦੇ ਪਿੱਛੇ ਕਾਰਨ ਕੀ ਬਣੇ। ਜਿਹੜਾ ਉਹਨਾਂ ਦਾ ਅੰਤਰ ਵਿਰੋਧ ਹੋਇਆ ਪਾਰਟੀ ਦੇ ਅੰਦਰ, ਹੁਣ ਮੈਂ ਇਹ ਚੀਜ਼ ਵੇਖਣਾ ਵੀ ਜੇ ਇਸ ਚੀਜ਼ ਨੂੰ ਆਪਾਂ ਸਿਰਫ ਇਹ ਵੇਖ ਲਈਏ ਕਿ ਜਿਹੜੇ ਕੈਪਟਨ ਸਾਹਿਬ ਦੇ ਬੜੇ ਲਾਇਲ ਸੀਗੇ ਮੰਤਰੀ, ਉਹਨਾਂ ਦੇ ਨਾਲ ਸੀਗੇ, ਅੱਜ ਉਹ ਉਹਨਾਂ ਦਾ ਸਾਥ ਛੱਡ ਗਏ ਆ, ਅਤੇ ਉਹਦੇ 'ਚ ਕਾਰਨ ਇੱਕ ਸਾਫ਼ ਨਜ਼ਰ ਆਉਂਦਾ ਹੈ ਕਿ ਉਹਨਾਂ ਦੀ, ਮੈਂ ਸਮਝਦਾ ਕਿ ਉਹਨਾਂ ਦੀ ਵਫਾਦਾਰੀ ਦੇ ਉੱਤੇ ਕਿੰਤੂ ਕਰਨਾ ਸ਼ਾਇਦ ਕੋਈ ਬਹੁਤਾ ਮੁਨਾਸਿਬ ਨਹੀਂ ਹੋਊਗਾ, ਕਿਉਂਕਿ ਉਹਨਾਂ ਨੇ ਸਮੇਂ ਦੇ ਉੱਤੇ ਕੈਪਟਨ ਸਾਹਿਬ ਨੂੰ ਇਹ ਸੁਹਿਰਦ ਸਲਾਹਾਂ ਦਿੱਤੀਆਂ ਕਿ ਅਸੀਂ ਆਪਣੇ ਕੀਤੇ ਵਾਅਦਿਆਂ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਅਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਕੱਲ੍ਹ ਨੂੰ ਅਸੀਂ ਜਾਣਾ ਆ, ਅਸੀਂ ਮੂੰਹ ਨਹੀਂ ਵਿਖਾਲ ਸਕਾਂਗੇ। ਪਰ ਜਿੱਦਾਂ ਰਾਜਿਆਂ ਮਹਾਰਾਜਿਆਂ ਦਾ ਸਮਾਂ ਹੁੰਦਾ ਨਾ ਵੀ ਉਹ ਰਾਜ ਹੱਠ ਹੁੰਦਾ, ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਰਾਜ ਦੇ ਦਰਬਾਰੀ ਸੀ, ਜਿਹੜੇ ਉਹਦੇ ਜਰਨੈਲ ਸੀ, ਉਹਦੇ ਪ੍ਰਤੀ ਵਫਾਦਾਰ ਸੀ। ਉਹ ਉਹਨੂੰ ਜਦੋਂ ਢੁਕਵੀਂ ਸਲਾਹ ਦਿੰਦੇ ਸੀ ਅਤੇ ਜਿਹੜੇ ਉਹਦੇ ਦਰਬਾਰੀ ਸਨ, ਜਿਹੜੇ ਡੋਗਰੇ ਸਨ, ਜਿਨ੍ਹਾਂ ਦਾ ਉਹਦੇ 'ਤੇ ਗਲਬਾ ਪਿਆ ਹੋਇਆ ਸੀ, ਉਹ ਅਸਲ ਜਿਹੜੇ ਹਤੈਸ਼ੀ ਸੀ ਉਹਨਾਂ ਦੀ ਗੱਲ ਨੂੰ ਦਰਕਨਾਰ ਕਰਾ ਦਿੰਦੇ ਸੀ ਅਤੇ ਅਲਟੀਮੇਟਲੀ ਇੰਨਾ ਲੰਮਾ ਸਮਾਂ ਰਾਜ ਕਰਨ ਵਾਲਾ ਰਾਜ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਢਹਿ ਢੇਰੀ ਹੋ ਗਿਆ। ਇਹੀ ਹਾਲਤ ਮੈਨੂੰ ਲੱਗਦਾ ਵੀ ਇੱਥੇ ਵੀ ਹੋਈ ਹੈ। ਕੈਪਟਨ ਸਾਹਿਬ ਤੇ ਇਤਿਹਾਸ ਦੇ ਬੜੇ ਵਿਦਿਆਰਥੀ ਨੇ, ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਨੇ, ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਬਾਰੇ ਵੀ ਉਹਨਾਂ ਨੇ ਬਹੁਤ ਕੁਝ ਲਿਖਿਆ, ਅਤੇ ਮੇਰਾ ਖਿਆਲ ਉਹਨਾਂ ਨੂੰ ਇਹ ਚੀਜ਼ ਵੀ ਸਮਝਣੀ ਚਾਹੀਦੀ ਸੀ ਬਈ ਵਫਾਦਾਰ ਦੇ ਵਿੱਚ ਪਛਾਣ ਕਰਨੀ ਚਾਹੀਦੀ ਸੀ ਕਿ ਮੇਰੇ ਪ੍ਰਤੀ ਸੁਹਿਰਦ ਕਿਹੜਾ। ਜਿਹੜਾ ਬੰਦਾ ਵਫਾਦਾਰ ਆ, ਤੁਹਾਡੀ ਕਮਜ਼ੋਰੀ
ਤੁਹਾਡੀ ਗਲਤੀ ਤੁਹਾਨੂੰ ਉਹੀ ਦੱਸੇਗਾ। ਜਿਹੜਾ ਤੁਹਾਡਾ ਹਿਤੂ ਨਹੀਂ ਹੈਗਾ, ਜਿਹੜਾ ਤੁਹਾਡਾ ਨੁਕਸਾਨ ਕਰਨਾ ਚਾਹੁੰਦਾ, ਉਹ ਤੁਹਾਡੀ ਚਾਪਲੂਸੀ ਕਰੇਗਾ। ਰੋਜ਼ ਸਵੇਰੇ ਸਵੇਰੇ ਉੱਠ ਕੇ ਜਾ ਕੇ ਸਲੂਟ ਮਾਰੇਗਾ ਜੀ, ਬਿਲਕੁਲ ਸਟੇਟ ਸਾਡੀ ਓਕੇ ਆ, ਕੋਈ ਗੱਲ ਹੀ ਨਹੀਂ ਜੀ, ਚਾਰੇ ਪਾਸੇ ਬਹਿ ਜਾ ਹੋ ਗਈ ਆ। ਪਰ ਜਿਹੜਾ ਤੁਹਾਡਾ ਅਸਲ ਹਮਦਰਦ ਆ, ਉਹ ਤੁਹਾਨੂੰ ਦੱਸੇਗਾ ਕਿ ਕਿੱਥੇ ਤੁਹਾਡੀ ਕਮੀ ਆ। ਪਰ ਮੈਨੂੰ ਲੱਗਦਾ ਕੈਪਟਨ ਸਾਹਿਬ ਇਸ ਚੀਜ਼ ਨੂੰ ਜੱਜ ਕਰਨ ਦੇ ਵਿੱਚ ਕਿਤੇ ਨਾ ਕਿਤੇ ਪਛੜ ਗਏ ਨੇ, ਕਿ ਉਹਨਾਂ ਨੂੰ ਇੰਜ ਲੱਗਾ ਕਿ ਜਿਹੜੇ ਮੇਰੇ ਸਿਪਾਹ ਸਲਾਰ ਮੈਂ ਆਲੇ ਦੁਆਲੇ ਆਪਣੇ ਅਫਸਰਸ਼ਾਹੀ ਦੀ ਫੌਜ ਖੜੀ ਕੀਤੀ ਆ, ਸ਼ਾਇਦ ਇਹੀ ਮੈਨੂੰ ਅਸਲ ਹਾਲਾਤ ਜਿਹੜੀ ਆ ਉਹਦੀ ਜਾਣਕਾਰੀ ਦਿੰਦੇ ਆ। ਅਤੇ ਉਹ ਥੱਲੇ ਥੱਲੇ ਕੁਰਸੀ ਦੇ ਪਾਵਿਆਂ ਨੂੰ ਘੁਣ ਲੱਗ ਗਿਆ। ਜਦੋਂ ਹੁਣ ਖਿਸਕ ਗਈ ਆ, ਅਤੇ ਜਦੋਂ ਬੰਦਾ ਕੁਰਸੀ ਤੋਂ ਡਿੱਗਦਾ, ਤਾਂ ਨੈਚੁਰਲੀ ਗੱਲ ਹੁੰਦੀ ਆ ਕਿ ਉਹਦੇ ਅੰਦਰ ਦੇ ਵਿੱਚ ਉਹਦਾ ਦਿਮਾਗੀ ਤੌਰ ਦੇ ਉੱਤੇ ਅਪਸੈਟ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਹੋ ਹੀ ਜਾਂਦਾ ਇਸ ਤਰ੍ਹਾਂ ਦੇ ਨਾਲ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਆ, ਕਿਹਾ ਕਿ ਕੈਪਟਨ ਸਾਹਿਬ ਜਿਹੜੇ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਅਤੇ ਉਹ ਇਤਿਹਾਸ ਨੂੰ ਵੀ ਨੇੜੇ ਤੋਂ ਵਾਚਦੇ ਹੋਣਗੇ। ਬਿਲਕੁਲ। ਪਰ ਭਾਜੀ ਇਹ ਵੀ ਗੱਲ ਜਿਹੜੀ ਆ ਸੋਚਣ ਲਈ ਮਜਬੂਰ ਕਰਦੀ ਆ। ਲੋਕ ਗੱਲਾਂ ਕਰਦੇ ਆ ਕਿ ਜਿਹੜੀ ਹਾਕਮ ਹੁੰਦੀ ਆ ਨਾ, ਹਾਕਮ ਧਿਰ ਹੁੰਦੀ ਆ, ਜਿਹੜਾ ਉਸ ਵੇਲੇ ਸਟੇਟ ਦਾ ਕਹਿ ਲਓ ਜਾਂ ਦੇਸ਼ ਦਾ ਮੰਨ ਲਈਏ ਬਾਦਸ਼ਾਹ ਹੁੰਦਾ, ਜੇ ਉਹ ਬੀਤੇ ਤੋਂ ਕੁਝ ਸਿੱਖਦਾ ਹੋਵੇ ਤਾਂ ਕਦੇ ਵੀ ਇਹਨਾਂ ਹਾਕਮ ਲੋਕਾਂ ਦੇ ਮਕਬਰੇ ਨਾ ਬਣਨ। ਦੇਖੋ ਗੱਲ ਤੇ ਅਸਲੀ ਇਹੋ ਹੀ ਹੁੰਦੀ ਆ ਕਿ ਇਤਿਹਾਸ ਤੇ ਸਾਨੂੰ ਸਿੱਖਣ ਵਾਸਤੇ ਹੁੰਦਾ, ਇਤਿਹਾਸ ਦਰਾਉਣ ਵਾਸਤੇ ਨਹੀਂ ਹੁੰਦਾ, ਇਤਿਹਾਸ ਸਿੱਖਣ ਵਾਸਤੇ ਹੁੰਦਾ। ਪਰ ਸਾਡੀ ਤਰਾਸਦੀ ਇਹੋ ਆ ਕਿ ਅਸੀਂ ਇਤਿਹਾਸ ਤੋਂ ਕੁਝ ਸਿੱਖਦੇ, ਇਤਿਹਾਸ ਨੂੰ ਦਰਾਉਣ ਦੀ ਕੋਸ਼ਿਸ਼ ਵਿੱਚ ਪੈ ਜਾਂਦੇ, ਅਤੇ ਅਸੀਂ ਸੋਚਦੇ ਹਾਂ ਕਿ ਉਸ ਸਮੇਂ ਦੇ ਜਿਹੜੇ ਇਤਿਹਾਸਕ ਪਾਤਰ ਹੋਏ ਨੇ ਉਹਨਾਂ ਨੇ ਕਿਤੇ ਗਲਤੀ ਕੀਤੀ ਹੈ, ਸਾਡੇ ਕੋਲ ਥੋੜ੍ਹਾ ਹੋਣੀ ਹੈ। ਪਰ ਸਾਡਾ ਤੌਰ ਤਰੀਕਾ ਉਹੀ ਰਹਿੰਦਾ, ਅਸੀਂ ਇਤਿਹਾਸ ਤੋਂ ਕੁਝ ਸਿੱਖਦੇ ਨਹੀਂ, ਅਤੇ ਇਹ ਵਾਰ-ਵਾਰ ਰਿਪੀਟ ਹੀ ਤਾਂ ਹੁੰਦਾ। ਹੁਣ ਕੈਪਟਨ ਸਾਹਿਬ ਕਿਹੜੀ ਜੰਗ ਲੜਨ ਦੀ ਤਿਆਰੀ ਕਰ ਰਹੇ ਆ ਕਿ ਜੇ ਉਹਨਾਂ ਨੂੰ ਲੱਗਦਾ ਸੀ ਕਿ ਆਹ ਕਮੀਆਂ ਮੇਰੇ ਵਿੱਚ ਰਹਿ ਗਈਆਂ, ਇਸ ਕਰਕੇ ਹਾਈ ਕਮਾਂਡ ਨੇ ਜਾਂ ਮੇਰੇ ਵਿਧਾਇਕਾਂ ਨੇ ਮੇਰੇ ਨਾਲ ਨਾਰਾਜ਼ਗੀ ਜਤਾਈ ਆ ਅਤੇ ਮੈਨੂੰ ਜਿਹੜਾ ਹੈ ਕੁਰਸੀ ਤੋਂ ਹੱਥ ਧੋਣੇ ਪਏ ਨੇ, ਉਹ ਕਿਉਂ ਨਹੀਂ ਕਰਦੇ ਕਿ ਉਹ ਆਪਣੇ ਨਵੇਂ ਮੁੱਖ ਮੰਤਰੀ ਕਹਿੰਦੇ ਚੰਨੀ ਮੇਰਾ ਬੱਚਾ ਆ, ਚੰਨੀ ਮੇਰਾ ਸਾਥੀ ਆ, ਉਹਦੇ ਨਾਲ ਕਿਉਂ ਨਹੀਂ ਸਲਾਹ ਮਸ਼ਵਰਾ ਕਰਦੇ ਕਿ ਮਸਲਿਆਂ ਨੂੰ ਹੱਲ ਕੀਤਾ ਜਾਣਾ ਜ਼ਰੂਰੀ ਆ, ਮੈਂ ਇਹਦੇ ਬਾਰੇ ਜਾਣਦਾ, ਇਹਦੇ ਬਾਰੇ ਹੋਰ ਜਿਹੜਾ ਵਾ ਕੰਮ ਕੀਤਾ ਜਾ ਸਕਦਾ। ਪਰ ਉਹ ਲੜਾਈ ਲੜ ਰਹੇ ਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਿ ਇਹਨੂੰ ਮੈਂ ਮੰਤਰੀ ਨਹੀਂ ਬਣ ਦੇਣਾ, ਇਹਨੂੰ ਮੈਂ ਐਮਐਲਏ ਨਹੀਂ ਜਿੱਤਣ ਦੇਣਾ ਕਿਤਿਓਂ ਵੀ। ਇਹਦੇ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਪਾਕਿਸਤਾਨ ਨਾਲ ਸੰਬੰਧ ਨੇ, ਕਿ ਇਹ ਨਿੱਜਤਾ ਤੋਂ ਉੱਪਰ ਕਿਵੇਂ ਉੱਠਣਗੇ? ਉਹ ਨਿੱਜਤਾ ਤੋਂ ਉੱਪਰ ਤੇ ਉੱਠਣਾ ਚਾਹੀਦਾ। ਜਿਹੜੀ ਤੇ ਗੱਲ ਇਹ ਨਾ ਕਿ ਮੈਂ ਨਹੀਂ ਬਣਨ ਦੇਣਾ, ਜਾਂ ਆਪਾਂ ਇਹ ਸਮਝੀਏ ਕਿ ਸ਼ਾਇਦ ਹੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਕਰਕੇ ਸਿੱਧੂ ਨੂੰ CM ਨਹੀਂ ਬਣਾਇਆ, ਮੈਨੂੰ ਨਹੀਂ ਲੱਗਦਾ ਇਹੋ ਜਿਹੀ ਕੋਈ ਗੱਲ ਹੈਗੀ। ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਨੇ ਜੋ ਮੈਸੇਜ ਲੋਕਾਂ ਦੇ ਵਿੱਚ ਦਿੱਤਾ ਹੈ, ਉਹਨਾਂ ਨੇ ਜੋ ਕੁਝ ਕੀਤਾ ਬਿਲਕੁਲ ਪਲੈਨਡ ਤਰੀਕੇ ਦੇ ਨਾਲ ਕੀਤਾ। ਉਹ ਪਹਿਲਾਂ ਤੋਂ ਹੀ ਇਹ ਚੀਜ਼ ਲੱਗਦਾ ਹੈ ਕਿ ਡਿਸਾਈਡ ਕਰ ਚੁੱਕੇ ਸਨ ਕਿ CM ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਹੀ ਬਣਾਉਣਾ, ਪਰ ਉਹਨਾਂ ਜਾਣ ਬੁੱਝ ਕੇ ਇਹਨਾਂ ਦੀ ਨਬਜ਼ ਟਟੋਲਣ ਵਾਸਤੇ ਇਹ ਛੋਛੇ ਛੱਡੇ ਆ, ਕਦੀ ਅੰਬਿਕਾ ਸੋਨੀ ਦੇ ਰੂਪ ਵਿੱਚ, ਕਦੀ ਸੁਨੀਲ ਜਾਖੜ ਦਾ ਨਾਂ ਅੱਗੇ ਕਰਕੇ, ਕਦੀ ਰੰਧਾਵਾ ਸਾਹਿਬ ਦਾ ਨਾਂ ਅੱਗੇ ਕਰਕੇ। ਪਰ ਫੈਸਲਾ ਉਹਨਾਂ ਨੇ ਪਹਿਲਾਂ ਹੀ ਕੀਤਾ ਸੀ ਕਿ ਚੰਨੀ ਨੂੰ ਬਣਾਉਣਾ, ਉਹ ਉਹਨਾਂ ਨੇ ਬਣਾ ਦਿੱਤਾ। ਔਰ ਉਹਨਾਂ ਨੇ ਜਿਸ ਸੂਝ-ਬੂਝ ਦਾ ਸਬੂਤ ਦਿੱਤਾ, ਉਹਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਤੇ ਕਾਂਗਰਸ ਦਾ ਹੱਥ ਬਾਕੀ ਸਿਆਸੀ ਪਾਰਟੀਆਂ ਨਾਲੋਂ ਕੁਝ ਉੱਪਰ ਹੋਇਆ ਜਾਪਦਾ। ਹੁਣ 3-4 ਮਹੀਨੇ ਦਾ ਜਿਹੜਾ ਸਮਾਂ ਰਹਿੰਦਾ, ਇਹਦੇ ਵਿੱਚ ਕਾਰਗੁਜ਼ਾਰੀ ਵਾਚੀ ਜਾਊ ਕਿ ਕੀ ਇਹ ਸਿਰਫ ਦਿਖਾਵੇ ਵਾਸਤੇ ਕੀਤਾ ਗਿਆ ਜਾਂ ਸੱਚੀ ਮੁੱਚੀ ਇਹਦੇ ਅੰਦਰ ਕੁਝ ਕੰਮ ਕਰਨ ਦੀ ਭਾਵਨਾ ਆ, ਜਾਂ ਜੋ ਕੁਝ ਕਾਂਗਰਸ ਨੇ ਕਮਿਟਮੈਂਟਸ ਕੀਤੀਆਂ ਸੀ ਸ਼ਾਇਦ ਉਹਨਾਂ ਨੂੰ ਪੂਰੇ ਕਰਨ ਵਾਲੇ ਪਾਸੇ ਕੁਝ ਕਦਮ ਪੁੱਟਣ। ਜਿੱਦਾਂ ਤੁਸੀਂ ਕਿਹਾ ਕਿ ਕੈਪਟਨ ਸਾਹਿਬ ਨੂੰ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਿ ਇਹ ਕੰਮ ਇੱਦਾਂ ਹੋ ਸਕਦੇ ਆ, ਜੇ ਕੈਪਟਨ ਸਾਹਿਬ ਨੂੰ ਇੰਨਾ ਗਿਆਨ ਹੁੰਦਾ ਵੀ ਇਹ ਕਿੱਦਾਂ ਹੋ ਸਕਦੇ ਆ ਕੰਮ, ਤੇ ਅੱਜ ਤੱਕ ਉਹਨਾਂ ਨੇ ਪੂਰੇ ਨਾ ਕੀਤੇ ਹੁੰਦੇ। ਜੇ ਜਿੱਦਾਂ ਹੁਣ ਮੈਂ ਨਾ ਅੱਜ ਹੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ, ਇੱਕ ਜਗਬਾਣੀ ਦੇ ਨਾਲ ਹੋਈ, ਬਈ ਇਹ ਜੀ ਕਹਿੰਦੇ ਨੇ ਉਹ ਫਲਾਣੇ ਸੋ ਕਾਲਡ ਲੀਡਰ, ਵੱਡੇ ਲੀਡਰ ਨੂੰ ਫੜ ਕੇ ਅੰਦਰ ਦੇ ਦਿਓ, ਜੋ ਉਹਨੂੰ ਦੇ ਦਿਓ। ਮੈਂ ਕਿਵੇਂ ਦੇ ਸਕਣਾ? ਦੇਸ਼ ਦੇ ਵਿੱਚ ਕੋਈ ਕਾਨੂੰਨ ਵੀ, ਦੇਸ਼ ਦੇ ਵਿੱਚ ਕੋਈ ਕਾਨੂੰਨ ਹੈ। ਪਰ ਜਿਹੜੀ ਤੁਸੀਂ ਅੱਜ ਗੱਲ ਕਹਿ ਰਹੇ ਹੋ, ਤੁਹਾਂ ਲੋਕਾਂ ਦੀਆਂ ਭਾਵਨਾਵਾਂ ਇਸ ਮੁੱਦੇ ਦੇ ਉੱਤੇ ਇੰਨੀਆਂ ਜ਼ਿਆਦਾ ਕਿਉਂ ਭੜਕਾਈਆਂ? ਜੇ ਤੁਹਾਨੂੰ ਪਤਾ ਕਿ ਕਾਨੂੰਨੀ ਤੌਰ 'ਤੇ ਤੁਸੀਂ ਕੁਝ ਨਹੀਂ ਕਰ ਸਕਦੇ, ਜਾਂ ਤੁਸਾਂ 'ਤੇ ਰਿਪੋਰਟਾਂ ਵਾਚੀਆਂ ਨੇ, ਤੇ ਫਿਰ ਐਡੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਸਿਆਸਤ ਕਿਉਂ? ਇਸੇ ਕਰਕੇ ਕਹਿੰਦੇ ਆ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਬਹੁਤਾ ਭਲਾ ਨਹੀਂ ਬੋਲਣਾ ਅਤੇ ਬਹੁਤੀ ਭਲੀ ਨਹੀਂ ਚੁੱਪ, ਬਹੁਤਾ ਭਲਾ ਨਹੀਂ ਬਰਸਣਾ ਅਤੇ ਬਹੁਤੀ ਭਲੀ ਨਹੀਂ ਧੁੱਪ। ਇਲੈਕਸ਼ਨ ਦੇ ਵਿੱਚ ਵੋਟਾਂ ਲੈਣ ਵਾਸਤੇ ਵਿੱਤੋਂ ਵੱਧ ਬੋਲ ਲਿਆ, ਉਹ ਹੁਣ ਮੂੰਹ 'ਚ ਪੈਂਦਾ ਨਹੀਂ। ਉਹਨੂੰ ਕਰਨ ਵਾਸਤੇ ਹੀ ਮਤਲਬ ਇੱਕ ਤਰ੍ਹਾਂ ਦੇ ਨਾਲ ਕਿਨਾਰਾਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਲਿਪਾ ਪੋਚੀ ਕਰਕੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਅੱਜ ਲੋਕ ਥੋੜ੍ਹੇ ਸਿਆਣੇ ਹੋ ਗਏ ਨੇ, ਉਹ ਸਮਝਦੇ ਨੇ ਕਿ ਜੋ ਤੁਸੀਂ ਕਿਹਾ ਸੀ ਉਹਨੂੰ ਜਾਂ ਤਾਂ ਪੂਰਾ ਕਰੋ, ਨਹੀਂ ਤਾਂ ਫਿਰ ਪਾਸੇ ਹੋ ਜਾਓ, ਅਤੇ ਫਿਰ ਪਾਸੇ ਕਰਨਾ ਪੈ ਗਿਆ, ਹੋ ਗਿਆ ਪਾਸੇ। ਸੋ ਤੁਸੀਂ ਗੱਲ ਕੀਤੀ ਹੈ ਕਿ ਜੇ ਉਹ ਇੰਨਾ ਗਿਆਨ ਰੱਖਦੇ ਹੁੰਦੇ ਤਾਂ ਪਹਿਲਾਂ ਵਿਚਾਰ ਲੈਂਦੇ। ਪਰ ਹੁੰਦਾ ਕੀ ਆ, ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਕਿ ਜਿਹੜੇ ਸਲਾਹਕਾਰ ਹੁੰਦੇ ਆ ਨਾ, ਉਹ ਸਹੀ ਤਸਵੀਰ ਸਪਸ਼ਟ ਨਹੀਂ ਕਰਦੇ, ਪੇਸ਼ ਨਹੀਂ ਕਰਦੇ ਕਿ ਥੱਲੇ ਗਰਾਊਂਡ ਪੱਧਰ 'ਤੇ ਕੀ ਹੋ ਰਿਹਾ, ਜਾਂ ਸਰਕਾਰ ਦਾ ਜਾਂ ਮੁੱਖ ਮੰਤਰੀ ਦਾ ਕੀ ਪ੍ਰਭਾਵ ਜਾ ਰਿਹਾ।
ਹੋ ਸਕਦਾ ਹੁਣ ਉਹ ਕੁਰਸੀ ਤੋਂ ਲਾਂਭੇ ਹੋਣ ਤੇ ਉਹਨਾਂ ਗੱਲਾਂ ਨੂੰ ਵਿਚਾਰਦੇ ਹੋਣ, ਚਿਤਾਰਦੇ ਹੋਣ ਕਿ ਆਹ ਕਮੀਆਂ ਜਿਹੜੀਆਂ ਮੇਰੇ ਕੋਲ ਰਹਿ ਗਈਆਂ, ਜਿਵੇਂ ਪਹਿਲਾਂ ਵੀ ਗੱਲ ਕੀਤੀ ਆ, ਤੇ ਇਹਨਾਂ ਦੇ ਉੱਤੇ ਕੰਮ ਕੀਤਾ ਜਾਣਾ ਚਾਹੀਦਾ। ਜਾਂ ਉਹ ਅਜੇ ਵੀ ਸਰਕਾਰ ਦੇ ਵਿੱਚ ਨੇ, ਉਹ ਆਪਣੀ ਵੀ ਲਹਿਰ ਚਲਾ ਸਕਦੇ ਆ ਕਿ ਆਹ ਗੱਲਾਂ ਉਹਨਾਂ ਨੂੰ ਫਿਰ ਜਿਹੜਾ ਆ ਰਿਪੀਟ ਕੀਤਾ ਜਾ ਸਕਦਾ। ਪਰ ਉਹ ਮੈਂ ਕਹਿਣਾ ਚਾਹੁੰਦਾ ਕਿ ਕਿਸ ਤਰ੍ਹਾਂ ਦਾ ਕਾਂਗਰਸ ਦੇ ਵਿੱਚ ਬੇਸ਼ੱਕ ਉਹਨਾਂ CM ਵੀ ਬਦਲ ਲਿਆ, ਕਿਸ ਤਰ੍ਹਾਂ ਦਾ ਕਾਟੋ ਕਲੇਸ਼ ਚੱਲ ਰਿਹਾ ਕਿ ਸਿੱਧੂ ਆਪਣੇ ਬੰਦਿਆਂ ਨੂੰ ਅੱਗੇ ਲਿਆ ਰਿਹਾ, ਉਹਨਾਂ ਬੰਦਿਆਂ ਦੀ ਛੁੱਟੀ ਕਰ ਰਿਹਾ। ਇੱਕ ਤਰ੍ਹਾਂ ਲੱਗਦਾ ਨਹੀਂ ਹੈ ਕਿ ਪੰਜਾਬ ਦੇ ਜਿੰਨੇ ਸਾਰੇ ਮੁੱਦੇ ਸੀ ਸਾਰੇ ਹੀ ਪਿੱਛੇ ਰਹਿ ਗਏ ਨੇ, ਤੇ ਇਸ ਵੇਲੇ ਲੋਕ ਜਿਹੜੇ ਆ ਉਹ ਕਾਂਗਰਸ ਦੇ ਕਲੇਸ਼ ਨੂੰ ਵੇਖੀ ਜਾ ਰਹੇ ਕਿ ਕੈਪਟਨ ਦਾ ਬੰਦਾ ਲੱਥਦਾ ਥੱਲੇ, ਦੂਜਾ ਕਿਹਨੂੰ ਉੱਥੇ ਬਣਾਇਆ ਜਾਂਦਾ, ਜਿਵੇਂ ਆ ਹੋਣੀ ਵਿਨੀ ਮਹਾਜਨ ਨੂੰ ਜਿਹੜਾ ਉਹਦੇ ਤੋਂ ਪਾਸੇ ਕਰ ਦਿੱਤਾ ਗਿਆ ਤੇ ਦੂਸਰੇ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਆ। ਸੋ ਜੇ ਇਸ ਤਰ੍ਹਾਂ ਹੀ 3-4 ਮਹੀਨੇ ਲੰਘਾ ਦਿੰਦੇ ਆਪਣੇ ਕਾਟੋ ਕਲੇਸ਼ ਦੇ ਵਿੱਚ ਹੀ ਉਹਨੂੰ ਲਾ ਦਿੱਤਾ, ਉਹਨੂੰ ਚੜਾ ਦਿੱਤਾ, ਤੇ ਮੇਰੇ ਖਿਆਲ ਨਾਲ ਇਹ ਪੰਜਾਬ ਦੇ ਮੁੱਦੇ ਤੇ ਫਿਰ ਉਸ ਤਰ੍ਹਾਂ ਹੀ ਖੜੇ ਰਹਿਣਗੇ। ਬਿਲਕੁਲ ਲੱਗਦਾ ਤੇ ਇਸੇ ਤਰ੍ਹਾਂ ਹੀ ਆ, ਕਿਉਂਕਿ ਜਿਹੜੇ ਵੇਖੋ ਅਫਸਰ ਬਦਲੇ ਨੇ ਹੁਣ, ਜਿੰਨੇ ਵੀ IAS ਅਫਸਰ ਲੱਗੇ ਨੇ ਸਾਰੇ ਕਾਬਲ ਨੇ, ਆਪਣੇ ਆਪਣੇ ਕੰਮ ਦੇ ਮਾਹਰ ਨੇ। ਕਈਆਂ ਨੂੰ ਕੰਮ ਕਰਨ ਦਾ ਮੌਕਾ ਮਿਲ ਗਿਆ, ਉਹਨਾਂ ਨੇ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ। ਕਈਆਂ ਨੂੰ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਉਹ ਆਪਣੀ ਕਾਬਲੀਅਤ ਕਿੱਦਾਂ ਸਾਬਤ ਕਰਨਗੇ। ਮੈਂ ਇਹ ਤਾਂ ਸਮਝਦਾ ਹੈ ਕਿ ਅਫਸਰਾਂ ਦੀ ਸਮਰੱਥਾ ਦੇ ਉੱਤੇ ਸ਼ੱਕ ਕਰਨਾ ਕੋਈ ਬਹੁਤੀ ਵੱਡੀ ਸਿਆਣਪ ਨਹੀਂ ਹੈਗੀ। ਕੰਮ ਲੈਣ ਦੇ ਵੱਲ ਹੋਣਾ ਚਾਹੀਦਾ, ਤੇ ਅਫਸਰ ਸਾਰੇ ਕੰਮ ਕਰਦੇ ਆ, ਕੰਮ ਲੈਣ ਦਾ ਤਰੀਕਾ ਹੋਣਾ ਚਾਹੀਦਾ। ਜਿਹੜੀ ਕੈਪਟਨ ਸਾਹਿਬ ਦੀ ਗੱਲ ਹੈ ਕਿ ਸਿੱਧੂ ਨੂੰ ਟਾਰਗੇਟ ਕਰਦੇ ਨੇ, ਮੈਨੂੰ ਇੰਝ ਲੱਗਦਾ ਕਿ ਕੈਪਟਨ ਸਾਹਿਬ ਦੀ ਸ਼ਖਸੀਅਤ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ। ਉਹਨਾਂ ਦੀ ਸ਼ਖਸੀਅਤ ਜਿਹੜੀ ਆ ਇੱਕ ਪ੍ਰੌੜ ਸਿਆਸਤਦਾਨ ਦੀ, ਔਰ ਅੱਜ ਤੋਂ ਪਹਿਲਾਂ ਤੱਕ ਲੋਕਾਂ ਦੇ ਵਿੱਚ ਇੱਕ ਆਮ ਧਾਰਨਾ ਸੀ ਕਿ ਕੈਪਟਨ ਆਪਣੀ ਕਈ ਗੱਲ 'ਤੇ ਖਲੋਂਦਾ ਹੈ, ਪਰ ਇਸ ਟਰਮ ਨੇ ਉਹ ਧਾਰਨਾ ਜਿਹੜੀ ਆ ਲੋਕਾਂ ਦੀ ਤੋੜ ਦਿੱਤੀ, ਔਰ ਲੋਕਾਂ ਦਾ ਮਨ ਨਿਰਾਸ਼ ਹੋਇਆ ਇਸ ਮਾਮਲੇ 'ਚ। ਇਸੇ ਕਰਕੇ ਹੀ ਉਹਨਾਂ ਦੀ ਪਾਪੂਲੈਰਿਟੀ ਵਿੱਚ ਵੀ ਗਿਰਾਵਟ ਆਈ ਹੈ। ਮੈਂ ਸਮਝਦਾ ਕਿ ਸਿੱਧੂ ਉਹਨਾਂ ਦੇ ਮੁਕਾਬਲੇ 'ਤੇ ਕੋਈ ਸੰਜੀਦਾ ਮਨੁੱਖ ਨਹੀਂ ਹੈ। ਬੇਸ਼ੱਕ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਆ, ਜਿਸ ਤਰੀਕੇ ਦੇ ਨਾਲ ਉਹਨੇ ਪ੍ਰਧਾਨਗੀ ਦਾ ਜਦੋਂ ਤਾਜਪੋਸ਼ੀ ਹੋਈ ਆ, ਉਸ ਵੇਲੇ ਜਿਸ ਤਰੀਕੇ ਦਾ ਐਕਟ ਕੀਤਾ, ਜਾਂ ਹੁਣ ਚਰਨਜੀਤ ਸਿੰਘ ਚੰਨੀ ਦੇ CM ਬਣਨ ਤੋਂ ਬਾਅਦ ਉਹਦੇ ਨਾਲ ਵਿਚਰ ਕੇ ਜਿਸ ਤਰ੍ਹਾਂ ਦਾ ਉਹ ਪ੍ਰਭਾਵ ਦੇ ਰਿਹਾ, ਉਹਦੇ ਤੋਂ ਲੋਕ ਮਨਾਂ ਦੇ ਵਿੱਚ ਇੱਕ ਗੱਲ ਆ ਰਹੀ ਆ ਕਿ ਬਤੌਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਹ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ CM ਦੇ ਅਧਿਕਾਰ ਖੇਤਰ ਦੇ ਵਿੱਚ ਦਖਲ ਦੇ ਕੇ CM ਦੀ ਗਰਿਮਾ ਨੂੰ, ਦੇ ਕੱਦ ਨੂੰ ਘਟਾਉਣ ਵਾਲੀਆਂ ਹਰਕਤਾਂ ਕਰ ਰਹੇ ਨੇ, ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਅੰਦਰ ਇਹ ਮਾੜਾ ਪ੍ਰਭਾਵ ਜਾਊਗਾ। CM ਨੂੰ ਜੇ ਹਾਈ ਕਮਾਂਡ ਨੇ ਇਹਨਾਂ ਦੀ ਨੇ ਚਰਨਜੀਤ ਸਿੰਘ ਚੰਨੀ ਨੂੰ CM ਬਣਾਇਆ, ਤੇ ਮੇਰਾ ਖਿਆਲ ਹੈ ਉਹਨੂੰ ਬਰੀਦਿੰਗ ਏਰੀਆ ਵੀ ਦੇਣਾ ਚਾਹੀਦਾ, ਉਹਨੂੰ ਕੰਮ ਕਰਨ ਵਾਸਤੇ ਸਮਾਂ ਵੀ ਦੇਣਾ ਚਾਹੀਦਾ, ਔਰ ਉਸ 'ਤੇ ਇਸ ਤਰ੍ਹਾਂ ਦੀ ਸ਼ੈਡੋ ਨਹੀਂ ਪੈਣੀ ਚਾਹੀਦੀ ਕਿ ਉਹ ਕੁਝ ਕਮਤਰ ਹੈ ਤੇ ਉਹਨੂੰ ਕੋਈ ਉਦੋਂ ਸੁਪਰਸੀਡ ਕਰ ਰਿਹਾ। ਇਸ ਤਰ੍ਹਾਂ ਦਾ ਪ੍ਰਭਾਵ ਜੇ ਲੋਕਾਂ 'ਚ ਜਾਏਗਾ, ਅਫਸਰਸ਼ਾਹੀ ਕੰਮ ਨਹੀਂ ਕਰੇਗੀ। ਅਫਸਰਸ਼ਾਹੀ ਨੂੰ CM ਦੇ ਨਾਲ ਡੀਲ ਕਰਨ ਦੇਣਾ ਚਾਹੀਦਾ। ਬਤੌਰ ਪ੍ਰਧਾਨ ਸੰਗਠਨ ਵੱਲ ਧਿਆਨ ਸਿੱਧੂ ਦਾ ਦੇਣਾ ਬਣਦਾ, ਉਹ ਆਪਣੇ ਸੰਗਠਨ ਵੱਲ ਧਿਆਨ ਦੇ। ਪਰ ਸਰਕਾਰ ਜਿਸ ਤਰੀਕੇ ਨਾਲ ਚੱਲਣੀ ਚਾਹੀਦੀ ਆ, ਉਹ ਚੰਨੀ ਨੂੰ ਪੂਰੀ ਫ੍ਰੀ ਹੈਂਡ ਦੇਣਾ ਚਾਹੀਦਾ, ਤਾਂ ਕਿ ਉਹ ਆਪਣੀ ਕੋਈ ਆਊਟਪੁੱਟ ਦੇ ਸਕੇ। ਇਸ ਤਰੀਕੇ ਦੇ ਨਾਲ ਲੱਗਦਾ ਨਹੀਂ ਕਿ ਜਿਵੇਂ ਚੰਨੀ ਦੇ ਉੱਤੇ ਇੱਕ ਸ਼ੈਡੋ ਜੀ ਪਾਈ ਜਾ ਰਹੀ ਆ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਚੱਲ ਰਹੀ ਆ, ਇਹਦੇ ਨਾਲ ਲੱਗਦਾ ਨਹੀਂਗਾ ਕਿ ਉਹ ਕੋਈ ਆਪਣਾ ਬਹੁਤਾ ਵਧੀਆ ਪ੍ਰਭਾਵ ਦੇ ਸਕਣਗੇ। ਔਰ ਇਹ ਮੈਨੂੰ ਇੰਝ ਲੱਗਦਾ ਵੀ ਇਹ ਪਾਰਟੀ ਵਾਸਤੇ ਵੀ ਚੰਗਾ ਸ਼ਗਨ ਨਹੀਂ ਹੁੰਦਾ। ਨਹੀਂ, ਆਪਾਂ ਚੰਨੀ 'ਤੇ ਵੀ ਆਵਾਂਗੇ ਬਾਅਦ 'ਚ। ਕੈਪਟਨ ਦੀ ਗੱਲ ਕਰਨੀ ਮੈਂ ਚਾਹੁੰਦਾ, ਕਿਉਂਕਿ ਜਿਹੜਾ ਉਹਨਾਂ ਨੇ ਰਾਜ ਸੱਤਾ ਦਾ ਸੁੱਖ ਮਾਣਿਆ, ਜਾਂ ਆਪਣੇ ਪਰਿਵਾਰ ਦਾ ਉਹਨਾਂ ਨੂੰ ਸੁੱਖ ਮਾਣਿਆ, ਜਿਹੋ ਜਿਹੀ ਲਗਜ਼ਰੀ ਲਾਈਫ ਉਹਨਾਂ ਨੇ ਹੰਢਾਈ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਇਸੇ ਪਾਰਟੀ 'ਚ ਰਹਿ ਕੇ ਹੀ ਉਹ ਜਿਹੜਾ ਉਹ ਬਰਕਰਾਰ ਰੱਖ ਸਕਦੇ ਆ, ਜਾਂ ਕਿਸੇ ਹੋਰ ਪਾਰਟੀ ਜਾਂਦੇ ਆ? ਕਿਉਂਕਿ ਅਕਾਲੀ ਦਲ ਨਾਲ ਤਾਂ ਸਪਸ਼ਟ ਕਰਦੇ ਆ, ਤੇ ਮੇਰਾ ਕੋਈ ਲੈਣ ਦੇਣ ਹੀ ਨਹੀਂ ਹੈਗਾ ਅਕਾਲੀ ਦਲ ਨਾਲ। ਭਾਜਪਾ ਵੀ ਇਸ ਵੇਲੇ ਪੰਜਾਬ 'ਚ ਉਹਨੂੰ ਚੋਣਾਂ ਨੂੰ ਲੈ ਕੇ ਨਹੀਂ ਕੋਈ ਐਨਾਲਿਸਿਸ ਕੀਤਾ ਜਾ ਸਕਦਾ ਕਿ ਭਾਜਪਾ ਜਿਹੜੀ ਉਹ ਇੰਨੀਆਂ ਸੀਟਾਂ ਪੰਜਾਬ 'ਚੋਂ ਖੜ ਸਕਦੀ, ਕਿਉਂਕਿ ਜ਼ੀਰੋ ਹੈ, ਅਤੇ ਜ਼ੀਰੋ ਨਾਲ ਜੇ ਜ਼ੀਰੋ ਜੁੜਦਾ ਤੇ ਜ਼ੀਰੋ ਹੀ ਰਹਿਣਾ। ਜ਼ੀਰੋ ਨਾਲ ਜੇ ਕੋਈ ਇੱਕ ਜੁੜਦਾ ਤਾਂ ਕਿਹਾ ਜਾ ਸਕਦਾ ਹੈ ਕਿ 10 ਹੋ ਗਏ ਨੇ ਜੀ। ਪਰ ਮੈਨੂੰ ਲੱਗਦਾ ਨਹੀਂ ਹੈ ਕਿ ਜਿਹੜੇ ਕੈਪਟਨ ਦੇ ਧੜੇ ਦੇ ਵਿਧਾਇਕ ਨੇ ਉਹ ਕਾਂਗਰਸ ਛੱਡਣਗੇ ਕੈਪਟਨ ਦੇ ਪਿੱਛੇ ਲੱਗ ਕੇ, ਕਿਉਂਕਿ ਹਰ ਕਿਸੇ ਨੂੰ ਆਪਣੀ ਟਿਕਟ ਦਾ ਮਾਮਲਾ ਹੈ, ਨੈਸ਼ਨਲ ਪਾਰਟੀ ਹੈ, ਅਤੇ ਚੋਣਾਂ ਸਿਰ 'ਤੇ ਖੜੀਆਂ ਨੇ। ਹਰ ਕੋਈ ਆਪਣੇ ਹਲਕੇ ਤੋਂ ਜਿੱਤਣ ਦੀ ਕੋਸ਼ਿਸ਼ ਕਰੇਗਾ, ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰੇਗਾ। ਹੁਣ ਕੈਪਟਨ ਸਾਹਿਬ ਜਿਹੜੀ ਆਪਣੀ ਹੋਂਦ ਹੈ ਉਹਨੂੰ ਬਰਕਰਾਰ ਰੱਖਣ ਲਈ ਕੀ ਰਣਨੀਤੀ ਉਲੀਕ ਸਕਦੇ ਆ, ਜਾਂ ਕੀ ਉਲੀਕਣੀ ਚਾਹੀਦੀ ਉਹਨਾਂ ਨੂੰ, ਜਾਂ ਚੁੱਪ ਕਰਕੇ ਘਰ ਬਹਿ ਜਾਣਾ ਚਾਹੀਦਾ, ਹੱਥ ਖੜੇ ਕਰ ਦੇਣੇ ਚਾਹੀਦੇ ਆ? ਵੇਖੋ, ਇਹ ਤੇ ਹਰ ਮਨੁੱਖ ਦਾ ਆਪਣਾ ਆਪਣਾ ਸੁਭਾਅ ਹੁੰਦਾ, ਪਰ ਕੈਪਟਨ ਅਮਰਿੰਦਰ ਸਿੰਘ ਦਾ ਸੁਭਾਅ ਲੱਗਦਾ ਨਹੀਂ ਗਾ ਹੱਥ ਖੜੇ ਕਰਨ ਵਾਲਾ ਹੈਗਾ। ਇਸ ਕਰਕੇ ਉਹ ਕੁਝ ਨਾ ਕੁਝ ਤੇ ਐਕਸ਼ਨ ਜ਼ਰੂਰ ਕਰਨਗੇ। ਬਾਕੀ ਇਹ ਹੈ ਵੀ ਜਿਸ ਬੰਦੇ ਨੂੰ ਐਕਸ਼ਨ ਉਹਨੇ ਕਰਨੇ ਹੁੰਦੇ, ਉਹਦੇ ਅੰਦਰ ਦੀਆਂ ਕਈ ਪਲੈਨਿੰਗਸ ਹੁੰਦੀਆਂ ਨੇ, ਪਤਾ ਨਹੀਂ ਉਹਨੂੰ ਕੀ ਸੋਚਿਆ ਕੀ ਨਹੀਂ ਸੋਚਿਆ। ਦੂਸਰੀ ਗੱਲ ਇਹ ਹੈ ਕਿ ਜਿਹੜੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਅਕਾਲੀ ਦਲ ਦੇ ਨਾਲ ਤੇ ਪੱਕਾ ਹੀ ਤੋੜ ਵਿਛੋੜਾ, ਜਾਂ BJP ਬਿਲਕੁਲ ਜ਼ੀਰੋ ਆ,
ਸਿਆਸਤ ਵਿੱਚ ਕੁਝ ਵੀ ਕਿਸੇ ਪਲ ਵੀ ਬਦਲ ਸਕਦਾ। ਇੱਥੇ ਹਰ ਚੀਜ਼ ਦੀ ਸੰਭਾਵਨਾ ਬਣੀ ਰਹਿੰਦੀ ਆ। ਇੱਥੇ ਕਈ ਵਾਰ ਜਿਹੜੇ ਬਹੁਤੀਆਂ ਗਾਲਾਂ ਕੱਢਣ ਉਹ ਬਹੁਤੇ ਯਾਰ ਬਣ ਜਾਂਦੇ ਨੇ। ਇਹ ਸਿਆਸਤ ਵਿੱਚ ਆਮ ਕਰਕੇ ਪ੍ਰਭਾਵ ਵੇਖਣ ਦੇ ਵਿੱਚ ਆਇਆ ਕਿ ਸਿਆਸੀ ਲੋਕ ਆਮ ਕਰਕੇ ਇਹ ਕਹਿ ਦਿੰਦੇ ਆ ਜੇ ਜ਼ਮੀਰ ਰੱਖਣੀ ਹੈ ਤਾਂ ਸਿਆਸਤ 'ਚ ਕੀ ਕੰਮ ਹੈ, ਫਿਰ ਬੰਦਾ ਰੱਬ ਰੱਬ ਕਰੇ ਜਾ ਕੇ। ਇਸ ਕਰਕੇ ਇੱਥੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਵੀ ਕੋਈ ਕਿੱਥੇ ਖਲੋ ਸਕਦਾ, ਕਿਉਂਕਿ ਕੱਲ੍ਹ ਦਾ ਦੁਸ਼ਮਣ ਅੱਜ ਦਾ ਸੱਜਣ ਸਿਆਸਤ ਵਿੱਚ ਬਣਦੇ ਆਏ ਆ ਤੇ ਅੱਗੇ ਵੀ ਬਣਦੇ ਰਹਿਣੇ ਨੇ। ਇਸ ਗੱਲ ਦਾ ਤਾਂ ਕੋਈ ਪਤਾ ਨਹੀਂ। ਮੈਂ ਅੱਜ ਇੱਕ ਹੋਰ ਚੀਜ਼ WhatsApp ਮੈਂ ਸੁਣ ਰਿਹਾ ਸੀਗਾ, ਕੈਪਟਨ ਸਾਹਿਬ ਕਹਿ ਰਹੇ ਕਿ ਇਹਨਾਂ ਨੇ 84 ਦੇ ਵਿੱਚ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਉਹਦੇ ਰੋਸ ਵਿੱਚ ਕਾਂਗਰਸ ਛੱਡ ਦਿੱਤੀ, ਰਿਜ਼ਾਈਨ ਕਰ ਦਿੱਤਾ। ਤੇ ਕਹਿੰਦੇ ਜਦੋਂ ਰਾਜੀਵ ਗਾਂਧੀ ਨੇ ਪਹਿਲੀ ਵਾਰੀ ਅਮੇਠੀ ਤੋਂ ਇਲੈਕਸ਼ਨ ਲੜੀ ਹੈ ਤੇ ਮੇਰੀ ਉੱਥੇ ਡਿਊਟੀ ਲੱਗੀ ਸੀ, ਅਮੇਠੀ ਦਾ ਇੱਕ ਹਲਕਾ ਮੈਨੂੰ ਦਿੱਤਾ ਗਿਆ ਤੇ ਉਹ ਆਪਣੇ ਆਪ 'ਚ ਦੱਸ ਰਿਹਾ ਸੀ ਕਿ ਮੇਰੇ ਨਾਲ ਜਿਹੜਾ ਉੱਥੇ ਕੋਈ ਲੋਕਲ ਵਰਕਰ ਲਾਇਆ ਗਿਆ ਸੀਗਾ ਉਹ SC ਕੈਟਾਗਰੀ ਨੂੰ ਬਿਲੋਂਗ ਕਰਦਾ ਸੀ ਤੇ ਮੈਂ ਇੱਕ ਪਿੰਡ 'ਚ ਜਾਣ ਲੱਗਾ ਤੇ ਉਹ ਉਤਰ ਗਿਆ ਜੀ ਇਹ ਠਾਕਰਾਂ ਦਾ ਪਿੰਡ ਆ ਤੇ ਮੈਂ ਇੱਥੇ ਨਹੀਂ ਜਾਣਾ। ਤੇ ਮੈਂ ਉਹਨੂੰ ਜ਼ਬਰਦਸਤੀ ਨਾਲ ਲੈ ਕੇ ਗਿਆ ਤੇ ਉੱਥੇ ਜਦੋਂ ਉਹਨੂੰ ਪਾਣੀ ਪੀਣ ਵਾਸਤੇ ਕਿਹਾ ਤਾਂ ਉਹਨੂੰ ਪਾਣੀ ਨਹੀਂ ਦਿੱਤਾ ਕਿਸੇ ਨੇ ਤੇ ਕਹਿਣ ਲੱਗੇ ਵੀ ਇਹਨਾਂ ਦੇ ਖੂਹ ਬਾਹਰ ਵਾਰੇ ਅੱਗੋਂ ਜਾ ਕੇ ਪਾਣੀ ਪੀਏ, ਸਾਡੇ ਨਾਲ ਨਹੀਂ ਪਾਣੀ ਪੀ ਸਕਦਾ। ਕਹਿੰਦਾ ਮੈਂ ਉੱਠ ਕੇ ਆ ਗਿਆ ਉੱਥੋਂ ਵੀ ਇਹ ਨਹੀਂ ਹੋ ਸਕਦਾ ਕਿੱਦਾਂ, ਕਿਉਂਕਿ ਸਾਡੇ ਧਰਮ 'ਚ ਇਹ ਚੀਜ਼ਾਂ ਲਾਓ ਨਹੀਂ, ਜਾਤ ਪਾਤ ਦਾ ਕੋਈ ਮਸਲਾ ਨਹੀਂ ਹੈਗਾ। ਮੈਂ ਉੱਠ ਕੇ ਆ ਗਿਆ। ਮੈਂ ਸੋਚੀ ਜਾਂਦਾ ਸਵੇਰ ਦਾ ਵੀ ਜੇ 84 'ਚ ਅਸਤੀਫਾ ਦੇ ਦਿੱਤਾ ਸੀ ਤੇ ਰਾਜੀਵ ਗਾਂਧੀ ਨੇ ਤੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਜਾ ਕੇ ਇਲੈਕਸ਼ਨ ਲੜੀ ਆ, ਫਿਰ ਇਹ ਉੱਥੇ ਗਾਈਡ ਕਿੱਦਾਂ ਬਣ ਕੇ ਕਹਿੰਦਾ ਮਤਲਬ ਅਸਤੀਫਾ ਕਿਤੇ ਪਖੰਡ ਤੇ ਨਹੀਂ ਕੀਤਾ। ਇਹ ਗੱਲ ਜਿਹੜੀ ਹੈ ਸੋਚਣ ਵਾਲੀ ਹੈ ਤੇ ਜਾਂ ਝੂਠ ਬੋਲ ਰਹੇ ਨੇ ਐਵੇਂ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਗੱਲ ਕਰਕੇ, ਪਰ ਸਮਝ ਨਹੀਂ ਲੱਗੀ ਐਡੀ ਵੱਡੀ ਕਿਤਾਬਰ ਸ਼ਖਸੀਅਤ ਇਸ ਤਰ੍ਹਾਂ ਦੀ ਗੱਲ ਕਿਉਂ। ਮੈਂ ਸੁਣੀ ਆ, ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਹਦੇ 'ਚ ਕਿੰਨੀ ਸੱਚਾਈ, ਪਰ ਮੈਂ ਅੱਜ ਇੰਟਰਵਿਊ 'ਚ ਸੁਣੀ ਤੇ ਮੈਨੂੰ ਬੜਾ ਕਨਫਿਊਜ਼ਨ ਜਿਹਾ ਹੋਇਆ ਵੀ ਜਦੋਂ 84 'ਚ ਛੱਡ ਦਿੱਤੀ ਤੇ ਰਾਜੀਵ ਗਾਂਧੀ ਪਹਿਲੀ ਇਲੈਕਸ਼ਨ ਦੇ ਵਿੱਚ ਅਮੇਠੀ ਦੇ ਵਿੱਚ ਚੋਣ ਇੰਚਾਰਜ ਬਣਨ ਦਾ ਤੇ ਕੋਈ ਤੁਕ ਬਣਦੀ ਨਹੀਂ ਜਾਪਦੀ। ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੇ, ਮੈਨੂੰ ਇਸ ਕਰਕੇ ਇੱਦਾਂ ਲੱਗਦਾ ਵੀ ਫਰਸਟ੍ਰੇਟਡ ਹੋ ਗਏ। ਕੁਝ ਸਮਾਂ ਇਹਨਾਂ ਨੂੰ ਆਰਾਮ ਕਰਨਾ ਚਾਹੀਦਾ। ਆਰਾਮ ਕਰਨ ਦੇ ਬਾਅਦ ਫਿਰ ਤੋਂ ਸੋਚਣ, ਫਿਰ ਤੋਂ ਉਲੀਕਣ, ਨਫੇ ਨੁਕਸਾਨ, ਪਿਛਲੀਆਂ ਕੀਤੀਆਂ ਗਲਤੀਆਂ ਤੇ ਪ੍ਰਾਪਤੀਆਂ ਦੋਨਾਂ ਦੇ ਉੱਤੇ ਝਾਤ ਮਾਰਨ, ਆਪਣਾ ਸੈਲਫ ਐਨਾਲਿਸਿਸ ਕਰਨ, ਪਤਾ ਲੱਗੇ, ਅੰਦਰ ਦੀ ਪੜਚੋਲ ਕਰਨ, ਉਹਦੇ ਤੋਂ ਬਾਅਦ ਵੇਖਣ ਵੀ ਮੈਨੂੰ ਕੀ ਕਰਨਾ ਚਾਹੀਦਾ। ਨਹੀਂ ਹੁਣ ਜਿਸ ਤਰ੍ਹਾਂ ਦੇ ਉਹ ਬਿਆਨਬਾਜ਼ੀ ਕਰ ਰਹੇ ਆ, ਟਵੀਟ ਕਰ ਰਹੇ ਨੇ ਜਾਂ ਮੀਡੀਆ ਨੂੰ ਆਪਣੇ ਬਿਆਨ ਦੇ ਰਹੇ ਨੇ ਇੰਟਰਵਿਊ ਦੇ ਦੌਰਾਨ, ਕੀ ਤੁਹਾਨੂੰ ਲੱਗਦਾ ਕਿ ਹਾਈ ਕਮਾਂਡ ਅਜੇ ਵੀ ਕੈਪਟਨ ਸਾਹਿਬ ਦੀ ਰਾਏ ਲਏਗੀ ਜਾਂ ਜਿਹੜੇ ਇਸ ਵੇਲੇ ਵਿਧਾਇਕ ਨੇ ਉਹਦੀ ਰਾਏ ਲੈ ਕੇ ਚੱਲਣਗੇ? ਨਹੀਂ, ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੀ ਗੱਲ, ਕਿਉਂਕਿ ਵੇਖੋ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਆ ਸਾਰੇ। ਜਿਹੜੇ 2 ਦਿਨ ਪਹਿਲਾਂ ਤੱਕ ਇਸ ਤਰ੍ਹਾਂ ਲੱਗਦਾ ਸੀ ਕਿ ਕੈਪਟਨ ਸਾਹਿਬ ਦੇ ਬਿਲਕੁਲ ਨਾਲ ਖਲੋਤੇ ਨੇ, ਅੱਜ ਉਹ ਸਮੇਂ ਦੀ ਮੌਜੂਦਾ ਸਰਕਾਰ ਦੇ ਨਾਲ ਜਾਂ ਜਿਹੜੇ ਅੱਗੇ ਆਗੂ ਨੇ ਉਹਨਾਂ ਦੇ ਨਾਲ ਬਿਲਕੁਲ ਬਗਲਗੀਰ ਹੋਏ ਨੇ। ਇਸ ਕਰਕੇ ਚੜ੍ਹਦੇ ਸੂਰਜ ਨੂੰ ਸਲਾਮ ਜਿਹੜਾ ਦੁਨੀਆ ਦਾ ਦਸਤੂਰ ਹੈ ਤੇ ਇਸ ਕਰਕੇ ਇਸੇ ਤਰ੍ਹਾਂ ਹੀ ਚੱਲਣ। ਨਾਲੇ ਦੂਸਰੀ ਗੱਲ ਇਹ ਹੈ ਕਿ 4-5 ਮਹੀਨਿਆਂ ਬਾਅਦ ਤੇ ਲੋਕਾਂ ਦੇ ਵਿੱਚ ਜਾਣਾ ਪੈਣਾ ਤੇ ਟਿਕਟ ਤਾਂ ਪਾਰਟੀ ਦੀ ਜਿਹੜੀ ਸਥਾਪਿਤ ਲੀਡਰਸ਼ਿਪ ਆ ਉਹਨੇ ਦੇਣੀ ਆ। ਹੁਣ ਜਿਹੜੇ ਪਾਰਟੀ ਦੇ ਨਾਲ ਨਾ ਆ ਵਰਗੇ ਹੀ ਨੇ ਉਹ ਤਾਂ ਟਿਕਟ ਨਾ ਕਿਸੇ ਨੂੰ ਦੇ ਸਕਦੇ ਆ, ਨਾ ਕਿਸੇ ਨੂੰ ਦਵਾ ਸਕਦੇ ਆ। ਤੇ ਸਿਆਸੀ ਲੋਕਾਂ ਦੀ ਮਜਬੂਰੀ ਹੁੰਦੀ ਆ ਕਿ ਇਹਨਾਂ ਨੇ ਜੇ ਇਹਨਾਂ ਨੂੰ ਕੋਈ ਸਤਿ ਸ੍ਰੀ ਅਕਾਲ 4 ਬੰਦੇ ਬੁਲਾਉਣੋਂ ਹਟ ਜਾਣ ਤੇ ਬਿਮਾਰ ਹੋ ਜਾਂਦੇ। ਸੋ ਇੱਕ ਗੱਲ ਹੋਰ ਹੈ, ਕਿਹਾ ਜਾ ਰਿਹਾ ਕਿ ਜਿਹੜਾ ਕਾਂਗਰਸ ਦਾ ਕਲੇਸ਼ ਹੈ ਮੁੱਕ ਚੁੱਕਾ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸਮੇਟ ਲਿਆ ਸਾਰਾ। ਪਰ ਤੁਸੀਂ ਦੱਸੋ ਕਿ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ CM ਬਣਨ ਦਾ ਸੁਪਨਾ ਲੈ ਬੈਠੇ ਔਰ ਗਵਰਨਰ ਹਾਊਸ ਤੱਕ ਵੀ ਜਿਹੜਾ ਉਹਨਾਂ ਨੇ ਮਾਰਚ ਸ਼ੁਰੂ ਕਰ ਦਿੱਤਾ, ਤੇ ਹੁਣ ਕਿਹਾ ਜਾ ਰਿਹਾ ਕਿ ਸਿੱਧੂ ਦੇ ਕਾਰਨ ਜਿਹੜਾ ਸਿੱਧੂ ਨੇ ਵੀ ਦਾਅਵੇਦਾਰੀ ਜਤਾਤੀ ਕਿ ਜੇ ਜੱਟ ਸਿੱਖ ਹੀ ਬਣਾਉਣਾ ਤੇ ਮੈਨੂੰ ਵੀ ਲੋਕ ਪਸੰਦ ਕਰਦੇ ਆ, ਮੈਨੂੰ ਬਣਾਇਆ ਜਾਵੇ। ਉਹ ਜਿਹੜੀਆਂ ਮਨ ਵਿੱਚ ਗੱਲਾਂ ਬੈਠ ਜਾਂਦੀਆਂ ਉਹ ਕਿਤਨਾ ਦੂਰ ਹੋਣਗੀਆਂ। ਤੇ ਜਿਹੜੀ ਸਿੱਧੂ ਦੀ ਇਸ ਵੇਲੇ ਸਿੱਧੂ ਦਾ ਚੱਲ ਰਿਹਾ ਸਾਰਾ ਕੁਝ ਵੇਖਣ 'ਚ ਕਿ ਜੋ ਕਰ ਰਿਹਾ ਸਿੱਧੂ ਕਰ ਰਿਹਾ, ਤੇ CM ਸਾਹਿਬ ਤੇ ਇਸ ਵੇਲੇ ਜਿਵੇਂ ਮੋਹਰਾ ਹੀ ਆ ਚੁੱਕ ਕੇ ਇੱਥੇ ਰੱਖ ਦਿੱਤਾ, ਚੁੱਕ ਕੇ ਦੂਜੀ ਜਗ੍ਹਾ ਰੱਖ ਦਿੱਤਾ। ਤੇ ਉਧਰ ਕਹਿਣ ਡਿਆ ਕਿ ਹਾਈ ਕਮਾਂਡ ਨੇ ਜਿਹੜਾ ਸੁਨੀਲ ਜਾਖੜ ਨੂੰ ਵੀ ਦਿੱਲੀ ਨਾਲ ਸੱਦ ਲਿਆ, ਨਾਲ ਲੈ ਗਏ ਆ। ਉਹਨਾਂ ਨੂੰ ਵੀ ਕੋਈ ਵੱਡਾ ਜਿਹੜਾ ਅਹੁਦਾ ਦਿੱਤਾ ਜਾ ਸਕਦਾ ਪੰਜਾਬ 'ਚ, ਉਹ ਵੀ ਫੈਸਲੇ ਲੈ ਸਕਦੇ ਆ। ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ, ਇੱਕ ਪਾਸੇ ਜਾਖੜ ਸਾਹਿਬ ਆਪਣੀ ਰਾਏ ਰੱਖਦੇ ਆ ਫੈਸਲੇ ਲੈਣ ਦੇ ਵਿੱਚ, ਇੱਕ ਪਾਸੇ ਸਿੱਧੂ ਸਾਹਿਬ ਰੱਖਦੇ ਆ, ਤੇ ਟਕਰਾਅ ਜਿਹੜਾ ਫਿਰ ਪੈਦਾ ਹੋ ਸਕਦਾ ਤੇ ਕਾਂਗਰਸ ਦੀ ਜਿਹੜੀ ਰਣਨੀਤੀ ਹੈ ਕਿਤੇ ਆਪਣੇ ਆਪ ਹੀ ਦਾ ਫੇਲ ਸਾਬਤ ਹੋ ਜਾਵੇ। ਨਹੀਂ, ਉਹ ਵੇਖੋ ਬੰਦ ਹਮੇਸ਼ਾ ਜਦੋਂ ਲੱਗਦਾ ਨਾ ਵੀ ਇੱਦਾਂ ਦੀ ਜ਼ਬਰਦਸਤੀ ਦੀ ਸ਼ਾਂਤੀ ਕਰਾਈ ਜਿਹੜੀ ਹੁੰਦੀ ਆ, ਆਉਂਦੇ ਹੁੰਦੇ ਆ ਬੰਦ ਹਵਾ ਹਨੇਰੀ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਗੁੰਮਾ ਜਿਹਾ ਲੱਗ ਜਾਏ ਨਾ, ਗੁੰਮਾ ਜਿਹਾ, ਉਦੋਂ ਬਾਅਦ ਚੰਗੀ ਜ਼ੋਰ 'ਚ ਹਨੇਰੀ ਵਗਦੀ ਹੁੰਦੀ ਆ, ਤੂਫਾਨ ਆਉਂਦਾ ਦਾ, ਕਿਤੇ ਗੁੰਮਾ ਨਾ ਹੋਵੇ। ਇਹਨੂੰ ਥੋੜ੍ਹਾ ਪ੍ਰੈਸ਼ਰ ਨੂੰ ਰਿਲੀਜ਼ ਕਰਦੇ ਰਹਿਣਾ ਚਾਹੀਦਾ। ਦੂਸਰੀ ਗੱਲ ਕੀਤੀ ਤੁਹਾਂ ਰੰਧਾਵਾ ਸਾਹਿਬ ਦੀ, ਰੰਧਾਵਾ ਸਾਹਿਬ ਨੇ ਸੁਪਨੇ ਲਏ ਨਹੀਂ, ਉਹਨੂੰ ਸੁਪਨੇ ਵਿਚਾਰੇ ਨੂੰ ਬਦੋ ਬਦੀ ਵਿਖਾ ਦਿੱਤੇ ਗਏ ਆ। ਉਹ ਪੂਰਨ ਤੌਰ ਦੇ ਉੱਤੇ ਕਾਂਗਰਸ ਨਾਲ ਕਮਿਟਡ ਪਰਸਨ ਹੈ। ਆਪਣੇ ਮਹਿਕਮੇ ਦੇ ਵਿੱਚ ਨੋ ਡਾਊਟ ਉਹਨ ਕੰਮ ਵੀ ਠੀਕ ਕੀਤੇ ਨੇ, ਸਹਿਕਾਰੀ ਮਹਿਕਮੇ ਦੇ ਵਿੱਚ ਖਾਸ ਕਰਕੇ। ਜਿੱਦਾਂ ਸ਼ੂਗਰ ਮਿਲਾਂ ਵਿਕਦੀਆਂ ਬਚ ਗਈਆਂ ਇਸ ਮਿਨਿਸਟਰ ਦੀ ਐਫਰਟ ਦੇ ਕਰਕੇ, ਨਹੀਂ ਤਾਂ ਇਹ ਸ਼ੂਗਰ ਮਿਲਾਂ ਸਾਰੀਆਂ ਪ੍ਰਾਈਵੇਟ ਹੋ ਜਾਣੀਆਂ ਸੀ। ਕੁਝ ਅਧਿਕਾਰੀਆਂ ਨੂੰ ਉਹਨਾਂ ਨੇ ਜਿਵੇਂ ਕਾਲੋਂ ਸਾਹਿਬ ਨੇ ਉਹਨਾਂ ਨੂੰ ਅੱਗੇ ਲਾ ਕੇ ਤੇ ਇਹਨਾਂ ਨੇ ਉਹਨਾਂ ਮਿਲਾਂ ਨੂੰ ਬਚਾਉਣ ਵਾਸਤੇ ਐਫਰਟ ਕੀਤੀ ਹੈ ਰਿਸਕ ਲੈ ਕੇ, ਪਰ ਉਹ ਕਾਮਯਾਬ ਹੋ ਗਏ।
ਦੂਸਰੀ ਗੱਲ ਇਹ ਕਿ ਉਹ ਕਮਿਟਡ ਕਾਂਗਰਸੀ ਆ, ਪੀੜ੍ਹੀ ਦਰ ਪੀੜ੍ਹੀ ਚਲੇ ਆਉਂਦੇ ਆ। ਪਰ ਐਵੇਂ ਹੀ ਕਿਸੇ ਨੂੰ ਜਾਣ ਬੁੱਝ ਕੇ ਸਬਜ਼ ਪੱਗ ਵਿਖਾ ਕੇ ਤੁਸੀਂ ਕੋਈ ਸੁਪਨਾ ਵਿਖਾ ਕੇ ਤੇ ਮਗਰੋਂ ਜਦੋਂ ਸੁਪਨਾ ਟੁੱਟਦਾ ਤੇ ਉਹਦਾ ਰਿਜ਼ਲਟ ਜਿਹੜਾ ਉਹ ਭਿਆਨਕ ਹੀ ਹੁੰਦਾ, ਸਹੀ ਨਹੀਂ ਹੁੰਦਾ। ਇਸ ਕਰਕੇ ਹੁਣ ਵੀ ਹਾਈ ਕਮਾਂਡ ਨੂੰ ਚਾਹੀਦਾ ਵੀ ਐਵੇਂ ਇੱਧਰ ਉੱਧਰ ਦੀਆਂ ਚਲਾਕੀਆਂ ਮਾਰਨ ਨਾਲੋਂ, ਚਾਲਬਾਜ਼ੀਆਂ ਖੇਡਣ ਨਾਲੋਂ ਬਿਲਕੁਲ ਸਿੱਧੇ ਤਰੀਕੇ ਦੇ ਨਾਲ ਜਿੱਥੇ ਜਿੱਥੇ ਪ੍ਰੋਟੋਕੋਲ ਵਾਈਜ਼, ਸਟੇਟਸ ਵਾਈਜ਼ ਜਿੱਥੇ ਜਿੱਥੇ ਕਿਸੇ ਦੀ ਥਾਂ ਬਣਦੀ ਆ ਉੱਥੇ ਉੱਥੇ ਉਹਨੂੰ ਐਡਜਸਟ ਕੀਤਾ ਜਾਵੇ। ਤੁਸੀਂ ਇੱਕ ਹੋਰ ਪਹਿਲਾਂ ਗੱਲ ਕੀਤੀ ਆ ਕਿ ਬੇਅਦਬੀ ਦੇ ਮਾਮਲੇ ਤੇ ਕੈਪਟਨ ਸਾਹਿਬ ਨੇ ਲੋਕਾਂ ਦੀਆਂ ਭਾਵਨਾਵਾਂ ਕੈਚ ਇੰਨੀਆਂ ਕੀਤੀਆਂ ਸੀ ਕਿ ਜਦੋਂ ਆਪਾਂ ਮੁੜ ਕੇ ਨਿਆਂ ਨਹੀਂ ਕਰ ਸਕੇ ਰਹਿੰਦਾ ਸਮਾਂ, ਤੇ ਉਹ ਵੀ ਜਿਹੜਾ ਆ ਨੁਕਸਾਨ ਝੱਲਣਾ ਪਿਆ। ਤੇ ਹੁਣ ਜਿਹੜੀ ਕਾਂਗਰਸ ਆ ਉਹਨੇ ਅਨੁਸੂਚਿਤ ਜਾਤੀ ਦੇ ਜਿਹੜੇ ਮੁੱਖ ਮੰਤਰੀ ਬਿਠਾਏ ਨੇ ਕੁਰਸੀ ਤੇ, ਚਰਨਜੀਤ ਸਿੰਘ ਚੰਨੀ, ਹੁਣ ਵੀ ਲੋਕਾਂ ਦੀਆਂ ਭਾਵਨਾਵਾਂ ਕੈਚ ਕੀਤੀਆਂ। ਜਿਵੇਂ ਦਾ ਉਹ ਤਸਵੀਰ ਪੇਸ਼ ਕਰ ਰਹੇ ਆ, ਕਦੀ ਬੈਂਡ ਵਾਜਿਆਂ ਵਾਲੇ ਨੂੰ ਜੱਫੀ ਪਾ ਲਈ, ਕਦੀ ਗੱਡੀ ਰਾਹ 'ਚ ਰੋਕ ਕੇ ਦੂਜੇ ਨੂੰ ਮਿਲ ਪਏ, ਜਾਂ ਗਿਆਨੀ ਟੀ ਸਟਾਲ 'ਤੇ ਚਾਹ ਪੀਂਦੇ ਤੇ ਉਹ ਸਟਾਈਲ 'ਚ ਪੀਂਦੇ ਆ ਕਿ ਆਮ ਜੇ ਲੋਕਾਂ ਵਾਲਾ ਜਾਵੇ। ਜਿਵੇਂ ਆਪਾਂ ਖੇਤਾਂ 'ਚ ਬਹਿ ਕੇ, ਵੱਟ 'ਤੇ ਬਹਿ ਕੇ, ਬੰਬੀਆਂ 'ਤੇ ਬਹਿ ਕੇ ਨਹੀਂ ਛਕਦੇ ਚਾਹ ਛਕਦੇ, ਜਾਂ ਕਿਤੇ ਗਲੀ ਮਹੱਲੇ ਮੋੜ 'ਤੇ ਲੰਗਰ ਲੱਗਾ ਹੋਵੇ ਤਾਂ ਉੱਥੇ ਬੈਠ ਕੇ ਉਤਰਾ ਹੀ ਪੈਰਾਂ ਭਾਰੀ ਛਕ ਲਈ, ਜਾਂ ਕੁਛ ਜੋ ਮਿਲ ਗਿਆ ਉੱਥੇ ਹੀ ਛਕ ਲਈ। ਉਹ ਲੋਕਾਂ ਦੀਆਂ ਭਾਵਨਾਵਾਂ ਕੈਚ ਹੋ ਗਈਆਂ ਕਿ ਸਾਡੀ ਜਾਤੀ ਦਾ ਜਿਹੜਾ ਮੁੱਖ ਮੰਤਰੀ ਹੈ, ਕਿਉਂਕਿ ਮੈਂ ਚਲੋ ਜਾਤਵਾਦ ਨੂੰ ਬੜਾਵਾ ਨਹੀਂ ਦਿੰਦਾ, ਪਰ ਜੋ ਸਮਾਜ ਦੀ ਤਸਵੀਰ ਹੈ, ਜੋ ਲੋਕੀ ਸਮਝਦੇ ਆ ਇਸ ਗੱਲ ਨੂੰ। ਹੁਣ ਜਦੋਂ 2022 'ਚ ਚਰਨਜੀਤ ਸਿੰਘ ਚੰਨੀ ਨੂੰ ਪਿੱਛੇ ਕਰ ਕੋਈ ਹੋਰ ਚਿਹਰਾ ਐਲਾਨ ਕਰਨਗੇ ਤੇ ਕੀ ਲੋਕ ਅਸੈਪਟ ਕਰ ਲੈਣਗੇ? ਨਹੀਂ, ਮੈਨੂੰ ਇੱਦਾਂ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਨੂੰ 22 ਦੇ ਵਿੱਚ ਵੀ ਚਿਹਰਾ ਬਣਾਉਣਾ ਕਾਂਗਰਸ ਹਾਈ ਕਮਾਂਡ ਦੀ ਮਜਬੂਰੀ ਬਣ ਜਾਣੀ। ਜਿਸ ਤਰੀਕੇ ਦੇ ਨਾਲ ਵੇਖੋ ਉਸ ਬੰਦੇ ਦੇ ਅੰਦਰ ਸਮਰੱਥਾ ਆ, ਵੈਲ ਐਜੂਕੇਟਡ ਆਦਮੀ ਹੈ, ਪੜ੍ਹਿਆ ਲਿਖਿਆ ਆ, ਔਰ ਉਹਦੇ ਵਿਹਾਰ ਤੋਂ ਲੱਗਦਾ ਵੀ ਉਹ ਡਾਊਨ ਟੂ ਅਰਥ ਆਦਮੀ ਹੈ, ਲੋਕ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਵਿਅਕਤੀ ਹੈ। ਉਹਦੇ 'ਚ ਅਜੇ ਤੱਕ ਤੇ ਕੋਈ ਬੋਮਜਾਜ ਵੇਖਣ ਵਾਲੀ ਗੱਲ ਜਾਪੀ ਨਹੀਂ। ਕਿਉਂਕਿ ਮੈਂ ਆਮ ਕਰਕੇ ਮੀਡੀਆ ਨੂੰ ਵਾਚ ਰਿਹਾ ਕਿ ਜਿਸ ਦਿਨ ਉਹਨੇ ਪਹਿਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਨਾਲ ਹੀ ਉਹਨੇ ਮਤਲਬ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਟੁੰਬਿਆ, ਔਰ ਉਹਦਾ ਇੱਕ ਉਸਾਰੂ ਪੱਖ ਲੋਕਾਂ ਦੇ ਵਿੱਚ ਗਿਆ। ਬਾਕੀ ਜਿਹੜੀ ਆਹ ਗੱਲ ਰਹੀ ਹੈ ਨਾ, ਕਿਉਂਕਿ ਵੇਖੋ ਆਪਾਂ ਇਹ ਗੱਲ ਸਮਝ ਸਕਦੇ ਹਾਂ ਬਈ ਇਹ ਕੋਈ ਘਰ ਆਪਣੇ ਕੌਲੀ ਕਾਲੀ 'ਚ ਚਾਹ ਪੀਣ ਵਾਲੀਆਂ ਇਹਨਾਂ ਦੀਆਂ ਕੋਈ ਗੱਲਾਂ ਨਹੀਂ ਹੈਗੀਆਂ। ਕਿਉਂਕਿ ਠੀਕ ਆ, ਇੱਕ ਖਾਸ ਵਰਗ ਦੇ ਨਾਲ ਸੰਬੰਧ ਰੱਖਦੇ ਆ ਜਿਨ੍ਹਾਂ ਨੂੰ ਸਹੂਲਤਾਂ ਦੀ ਕੁਝ ਸਮਾਜ ਦੇ ਅੰਦਰ ਕਮੀ ਹੋ ਸਕਦੀ ਆ ਜਾਂ ਉਹਨਾਂ ਨੂੰ ਸਟਰਗਲ ਕਰਨੀ ਪੈ ਸਕਦੀ ਆ। ਬਟ ਇਸ ਵੇਲੇ ਉਹ ਕ੍ਰੀਮੀ ਲੇਅਰ 'ਚ, ਵੈਲ ਐਜੂਕੇਟਡ ਆ, ਉਹਨਾਂ ਦੀ ਵਾਈਫ ਵੈਲ ਐਜੂਕੇਟਡ ਆ, ਭਰਾ ਵੈਲ ਐਜੂਕੇਟਡ ਆ, ਰਹਿਣ ਸਹਿਣ ਉਹਨਾਂ ਦਾ ਵਧੀਆ ਤਰੀਕੇ ਦਾ। ਪਰ ਮੈਨੂੰ ਲੱਗਦਾ ਸਿਆਸੀ ਲੋਕ ਵੀ ਇੱਕ ਤਰ੍ਹਾਂ ਦੇ ਐਕਟਰ ਹੋ ਜਾਂਦੇ। ਜਿਵੇਂ ਵੇਖੋ ਆਪਾਂ ਵੇਖਦੇ ਰਹੇ ਪਿਛਲੇ ਸਮੇਂ 'ਚ ਵੀ ਕੇਜਰੀਵਾਲ ਕਦੀ ਸਟੇਸ਼ਨ 'ਤੇ ਲੰਮੇ ਪੈ ਜਾਏ, ਕਦੀ ਉਹ ਪਿੰਡ 'ਚੋਂ ਝੱਗਾ ਜਿਹਾ ਦਾ ਬਾਹਰ ਕੱਢਿਆ ਹੋਣਾ, ਪਲਾਸ ਜਿਹਾ ਅੜਾਇਆ ਹੋਣਾ, ਤੇ ਮੈਂ ਜੀ ਬਿਲਕੁਲ ਆਮ ਆਦਮੀ। ਅੱਜ ਤੇ ਆਮ ਆਦਮੀ ਵਾਲੀ ਗੱਲ ਰਹੀ ਨਹੀਂ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਦੇ ਦਿਮਾਗ 'ਚ ਉਹ ਕਨਸੈਪਟ ਵੀ ਹੈਗਾ ਵੀ ਆਪਾਂ ਆਮ ਆਦਮੀ ਵਾਲੀ ਛਵੀ ਵੀ ਜਿਹੜੀ ਆ ਉਹ ਵੀ ਉਹਦੇ ਨਾਲੋਂ ਲਾ ਕੇ ਆਪਣੇ ਨਾਲ ਅਟੈਕ ਕਰੀਏ। ਪਰ ਇੱਥੇ ਉਹ ਵੀ ਗੱਲਾਂ ਫਿਰ ਰਿਪੀਟ ਹੋ ਜਾਂਦੀਆਂ ਨੇ ਕਿ ਜਦੋਂ ਸਿੱਧੂ ਸਾਹਿਬ ਨੇ ਕੈਬਨਿਟ ਦੀ ਵਜ਼ੀਰੀ ਛੱਡ ਦਿੱਤੀ ਆ ਤੇ ਘਰ ਬੈਠ ਗਏ, ਤੇ ਜਦੋਂ ਉਹਨਾਂ ਦੇ ਮਿਲਣ ਵਾਲੇ ਜਾਂਦੇ ਹੁੰਦੇ ਨੇ ਤੇ ਉਹ ਕੈਮਰੇ ਦੇ ਸਾਹਮਣੇ ਕਹਿੰਦੇ ਦੇਖ ਕੇ ਚਲੋ ਕਿਸੇ ਵੇਲੇ MP ਬਣਾਇਆ ਸੀ ਪਰਮਾਤਮਾ ਨੇ, ਤੇ MLA ਵੀ ਬਣਾਇਆ, ਤੇ ਹੁਣ ਗਾਂ ਮੁੱਖ ਮੰਤਰੀ ਵੀ ਬਣਾਉਣਗੇ। ਜਿਹੜੇ ਏਡੇ ਵੱਡੇ ਸੁਪਨੇ ਲਏ ਹੁੰਦੇ ਆ ਨਾ, ਉਹ ਫਿਰ ਉਹ ਕਹਿੰਦੇ ਨੇ ਇੱਕ ਬਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਫਿਰ ਹੁਣ ਜਦੋਂ ਇਹ ਸਾਰੇ ਹੀ ਮੁੱਖ ਮੰਤਰੀ ਦੇ ਦਾਅਵੇਦਾਰ ਹੋਣਗੇ ਤੇ ਕਲੇਸ਼ ਤਾਂ ਫਿਰ ਵਧੇਗਾ ਹੀ ਨਾ। ਬਿਲਕੁਲ। ਇਹ ਸਿੱਧੂ ਸਾਹਿਬ ਦੇ ਸੁਪਨੇ ਉਹ ਕਿਵੇਂ ਪੂਰੇ ਹੋਣਗੇ? ਦੇਖੋ, ਸੁਪਨੇ ਤੇ ਪ੍ਰਮਾਤਮਾ ਹੀ ਪੂਰੇ ਕਰਦਾ, ਕਿ ਇਹਦੇ ਐਫਰਟ ਕਰਨੀ ਬੰਦੇ ਦਾ ਫਰਜ਼ ਆ। ਪਰ ਜੇ ਉਹ ਐਫਰਟ ਜਿਹੜੀ ਆ ਇਸ ਤਰ੍ਹਾਂ ਦੀ ਹੋਵੇ ਕਿ ਉਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ, ਸੂਬੇ ਦੇ ਹਿੱਤ ਵੀ ਜੁੜੇ ਹੋਣ, ਸੂਬੇ ਨੂੰ ਵੀ ਫਾਇਦਾ ਹੋਵੇ, ਤੇ ਸੁਪਨੇ ਪੂਰੇ ਕਰਨ 'ਚ ਕੋਈ ਹਰਜ ਨਹੀਂ। ਉਹਦੇ ਵਾਸਤੇ ਯੋਗ ਢੰਗ ਤਰੀਕੇ ਅਪਣਾ ਲੈਣ ਵਿੱਚ ਵੀ ਕੋਈ ਹਰਜ ਨਹੀਂ। ਪਰ ਜੇ ਕਿਸੇ ਨੂੰ ਇਹ ਸੋਚੇ ਵੀ ਇਹਦੀਆਂ ਲੱਤਾਂ ਖਿੱਚ ਕੇ ਇਹਦਾ ਨੁਕਸਾਨ ਕਰਕੇ ਆਪ ਅੱਗੇ ਚੜ੍ਹਨਾ, ਤੇ ਇਹ ਰਵਾਇਤ ਕੁਦਰਤ ਨੂੰ ਪਸੰਦ ਨਹੀਂ ਹੁੰਦੀ। ਇਸ ਤਰ੍ਹਾਂ ਚੱਲ ਨਹੀਂ ਸਕਦਾ। ਇਹ ਤਾਂ ਮਿਹਨਤ ਦੇ ਸਿਰ ਦੇ ਉੱਤੇ ਅੱਗੇ ਜਾ ਸਕਦਾ। ਗੱਲਾਂ ਦਾ ਕੜਾਹ ਬਣਾ ਕੇ ਬਹੁਤਾ ਚਿਰ ਨਹੀਂ ਚੱਲ ਸਕਦਾ ਕੰਮ। ਪਰ ਸਿੱਧੂ ਸਾਹਿਬ ਲੱਗਦਾ ਉਹ ਗੱਲਾਂ ਬਹੁਤੀਆਂ ਕਰਦੇ ਆ, ਕੰਮ ਘੱਟ ਕਰਦੇ। ਸੋ ਆਪਾਂ ਅਗਲੀ ਮੁਲਾਕਾਤ ਦੇ ਵਿੱਚ ਅਕਾਲੀ ਦਲ ਦਾ ਵੀ ਜ਼ਿਕਰ ਕਰਾਂਗੇ। ਪਰ ਇੱਕ ਆਖਰੀ ਸਵਾਲ ਉਹਨਾਂ 'ਤੇ ਵੀ ਆ ਕਿ ਕਲੇਸ਼ ਜਿਹੜਾ ਕਾਂਗਰਸ ਦਾ, CM ਦੀ ਦੌੜ ਜਿਹੜੀ ਕਾਂਗਰਸ 'ਚ ਲੱਗੀ ਆ, ਰੌਲਾ ਰੱਪਾ ਇਹਨਾਂ ਦਾ ਕਿਸੇ ਨੂੰ ਲਾਹਤਾ, ਕਿਸੇ ਨੂੰ ਬਿਠਾਤਾ, ਤੇ ਪੰਜਾਬ ਮੰਗ ਦਾ ਜਵਾਬ ਜਿਹੜਾ ਇਹ ਰੈਲੀਆਂ ਕਰਦੇ ਸੀ, ਇਹ ਰੌਲਾ ਪਾਉਂਦੇ ਸੀ, ਇਹ ਕਿਹੜੇ ਡਰ ਕਾਰਨ ਚੁੱਪ ਕਰਕੇ ਬੈਠੇ ਹੋਣ? ਉਹ ਵੇਖੋ, ਜਿਹੜਾ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਕਲੇਸ਼ ਸ਼ੁਰੂ ਹੋ ਗਿਆ, ਉਹਦੇ ਤੋਂ ਅਕਾਲੀ ਲੀਡਰਸ਼ਿਪ ਨੇ ਮੈਨੂੰ ਇੰਝ ਲੱਗਦਾ ਵੀ ਬਚਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਅਕਾਲੀ ਦਲ ਦਾ ਜਿਹੜਾ ਬੇਸਿਕ ਵੋਟ ਬੈਂਕ ਆ ਉਹ ਕਿਸਾਨੀ ਹੈ, ਅਤੇ ਕਿਸਾਨੀ ਦੇ ਨਾਲ ਹੀ ਨਾ ਚਾਹੁੰਦੇ ਹੋਏ ਵੀ ਜੇ ਪੰਗਾ ਪੈ ਜਾਏ ਤਾਂ ਉਹਦਾ ਤਾਂ ਨੁਕਸਾਨ ਹੀ ਹੋਏਗਾ। ਅਤੇ ਅਕਾਲੀ ਲੀਡਰਸ਼ਿਪ ਨੇ ਇਸ ਕਰਕੇ ਸੋਚਿਆ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਵਾ ਉਹ ਅਸੀਂ ਕੁਝ ਸਮੇਂ ਵਾਸਤੇ
ਡਿਲੇ ਕਰ ਦਈਏ। ਕਿਹਾ ਤਾਂ ਉਹਨਾਂ ਥੋੜ੍ਹੇ ਦਿਨਾਂ ਲਈ, ਪਰ ਦਿਨ ਜ਼ਿਆਦਾ ਹੋ ਗਏ। ਜਿਹੜਾ ਆ ਦਿੱਲੀ ਵਾਲਾ ਪ੍ਰੋਗਰਾਮ 17 ਤਰੀਕ ਨੂੰ ਕੀਤਾ, ਇਹਦੇ ਵੀ ਕੋਈ ਸਾਰਥਕ ਸਿੱਟੇ ਨਹੀਂ ਨਿਕਲੇ। ਇਹਨੇ ਵੀ ਨੈਗੇਟਿਵਿਟੀ ਜਾਂ ਕਿਸਾਨਾਂ ਦੇ ਨਾਲ ਵਿਰੋਧ ਨੂੰ ਹੋਰ ਜ਼ਿਆਦਾ ਬਲ ਦਿੱਤਾ। ਔਰ ਹੁਣ ਵੀ ਇਹਦੇ 'ਚ ਸੰਕੋਚ ਕਰਕੇ ਚੱਲਣਾ ਚਾਹੀਦਾ, ਕਿਉਂਕਿ ਇਹਦੇ 'ਚ ਕਈ ਵਾਰ ਹੋਛੀ ਬਿਆਨਬਾਜ਼ੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਖੜੀਆਂ ਕਰ ਦਿੰਦੀ ਆ। ਪਿੱਛੇ ਵੀ ਹੁੰਦੀਆਂ ਰਹੀਆਂ ਨੇ, ਅੱਗੇ ਵੀ ਹੋ ਜਾਣੀਆਂ ਨੇ। ਇਲੈਕਸ਼ਨ ਸਿਰ ਦੇ ਉੱਤੇ ਆਈ ਹੈ, ਅਤੇ ਸਿਆਸੀ ਲੋਕਾਂ ਨੇ ਇਲੈਕਸ਼ਨਾਂ ਹੀ ਲੜਨੀਆਂ। ਇਹ ਇਹਨਾਂ ਦਾ ਧੰਦਾ ਹੈ, ਇਹਨਾਂ ਦਾ ਫੀਲਡ ਹੈ, ਇਹਨਾਂ ਨੇ ਇਹ ਕੁਝ ਕਰਨਾ। ਪਰ ਸੰਕੋਚਵੇਂ ਲਫ਼ਜ਼ਾਂ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਪਿੱਛੇ ਕੋਈ ਕਮੀ ਪੇਸ਼ੀ ਰਹੀ ਹੈ, ਤਾਂ ਉਹਨੂੰ ਦਰੁਸਤ ਕਰਦੇ ਹੋਏ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਆ ਉਹ ਪਹਿਲ ਕਰਨੀ ਚਾਹੀਦੀ। ਸੋ ਹੁਣ ਅਖੀਰ 'ਚ ਵੀ ਦੱਸ ਦਿਓ ਕਿ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ, ਉਹ ਇਮਰਾਨ ਖਾਨ ਨਾਲ ਦੋਸਤੀ ਜਾਂ ਬਾਜਵੇ, ਜਨਰਲ ਬਾਜਵੇ ਦੇ ਨਾਲ ਜੱਫੀ ਪਾਉਣਾ ਜਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਕੇ ਉਹਨੂੰ ਖਲਵਾਉਣਾ, ਇਹੋ ਹੀ ਮੁੱਦਾ ਉਭਾ ਰਿਹਾ ਕਿ ਜਾਂ ਆਪਣੇ ਕਿਸੇ ਹੋਰ ਫਰੈਂਡ ਨਾਲ, ਜਿਵੇਂ ਰੂਸਾ ਆਲਮ ਵੀ ਰਹਿੰਦੇ ਰਹੇ ਨੇ ਇੱਥੇ, ਉਹਦੇ ਨਾਲ ਵੀ ਕੋਈ ਨੈਸ਼ਨਲ ਸਿਕਿਉਰਿਟੀ ਨੂੰ ਕੋਈ ਫਰਕ ਪੈਂਦਾ? ਨਹੀਂ, ਵੇਖੋ ਇਹ ਤਾਂ ਨਜ਼ਰੀਆ ਆਪਣਾ ਆਪਣਾ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੋ ਜਿਹੀ ਬੰਦੇ ਦੀ ਨਜ਼ਰ ਹੁੰਦੀ ਆ ਉਹਨੂੰ ਉਹੋ ਜਿਹਾ ਨਜ਼ਰ ਆਉਂਦਾ। ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਏਡੇ ਰੈਲੀਵੈਂਟ ਹੈਗੀਆਂ ਨੇ ਗੱਲਾਂ ਜਿਹੜੀਆਂ ਕਰਦੇ ਨੇ। ਜੇ ਪਾਕਿਸਤਾਨ ਉਹਨਾਂ ਦਾ ਆਪਣਾ ਇਮਰਾਨ ਖਾਨ ਉਹਨਾਂ ਦਾ ਕ੍ਰਿਕਟ ਦਾ ਸਾਥੀ ਆ ਸਿੱਧੂ ਦਾ, ਅਤੇ ਜੇ ਉਸ ਲਹਿਜੇ ਦੇ ਨਾਲ ਉਹ ਆਪਣੀ ਮਿੱਤਰਤਾ ਹੁਣ ਵੀ ਜਾਰੀ ਰੱਖਦੇ ਆ, ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਇਹ ਚੱਲਣੀ ਚਾਹੀਦੀ ਹੈ। ਜਨਰਲ ਬਾਜਵਾ ਨੇ ਜੇ ਪਿਆਰ ਦੇ ਨਾਲ ਸਤਿਕਾਰ ਨਾਲ ਉਹਨੂੰ ਜੱਫੀ ਪਾ ਲਈ ਹੈ, ਅਤੇ ਇਹਦੇ 'ਚ ਵੀ ਕੋਈ ਵੱਡਾ ਗੁਨਾਹ ਨਹੀਂ ਹੋ ਗਿਆ। ਅਤੇ ਐਵੇਂ ਹੀ ਇਸ ਚੀਜ਼ ਨੂੰ ਨੈਸ਼ਨਲ ਸਿਕਿਉਰਿਟੀ ਦੇ ਨਾਲ ਜੋੜੀ ਜਾਣਾ। ਸਾਡੀਆਂ ਜਿਹੜੀਆਂ ਨੈਸ਼ਨਲ ਏਜੰਸੀਜ਼ ਨੇ ਉਹ ਵੀ ਏਡੀਆਂ ਸੁੱਤੀਆਂ ਨਹੀਂ ਗਈਆਂ। ਉਹਨਾਂ ਨੂੰ ਵੀ ਪਤਾ ਕਿ ਦੇਸ਼ ਦੀ ਸੁਰੱਖਿਆ ਕਿਵੇਂ ਕਰਨੀ ਹੈ। ਔਰ ਮੁੱਖ ਮੰਤਰੀ ਨਾਲੋਂ ਜ਼ਿਆਦਾ ਕੇਂਦਰ ਦਾ ਵਿਦੇਸ਼ ਵਿਭਾਗ ਦਾ, ਗ੍ਰਹਿ ਵਿਭਾਗ ਦਾ, ਪ੍ਰਧਾਨ ਮੰਤਰੀ ਦਾ ਅਧਿਕਾਰ ਖੇਤਰ ਜ਼ਿਆਦਾ ਵਾ। ਉਹਨਾਂ ਨੂੰ ਇਹਨਾਂ ਗੱਲਾਂ ਦਾ ਜ਼ਿਆਦਾ ਪਤਾ ਵਾ। ਅਤੇ ਜਸੂਸੀ ਦੇ ਕਿਸੇ ਰੂਪ 'ਚ ਵੀ ਹੋ ਸਕਦੀ, ਹੋ ਸਕਦਾ ਤੁਹਾਡੇ ਘਰ 'ਚੋਂ ਹੀ ਹੋਣ ਡਈ ਹੋਵੇ। ਇਹ ਆਪਾਂ ਕਿੱਦਾਂ ਕਹਿ ਸਕਦੇ ਹਾਂ, ਜਦੋਂ ਆਪਾਂ ਇਹ ਜਿਹੜੇ ਸ਼ੀਸ਼ੇ ਦੇ ਘਰਾਂ 'ਚ ਰਹਿੰਦੇ ਆ, ਦੂਜਿਆਂ 'ਤੇ ਪੱਥਰ ਨਹੀਂ ਮਾਰਦੇ। ਇਹ ਕਰਕੇ ਇਸ ਮਾਮਲੇ ਨੂੰ ਇੰਨੀ ਜ਼ਿਆਦਾ ਤੂਲ ਦੇਣੀ ਮੈਂ ਨਹੀਂ ਸਮਝਦਾ ਕੋਈ ਮੁਨਾਸਬ ਹੈਗੀ ਹੈ। ਇਹ ਤਾਂ ਜੇ ਉਹ ਕੁਝ ਕਰ ਰਿਹਾ, ਉਹਦੇ 'ਤੇ ਕੀਤੇ ਐਫਰਟ ਦਾ ਕੁਝ ਨਾ ਕੁਝ ਸਾਡੀ ਕੌਮ ਨੂੰ ਫਾਇਦਾ ਹੋਇਆ। ਅਤੇ ਪਰ ਜਿਹੜੇ ਇੱਧਰ ਸੰਬੰਧ ਨੇ ਉਹਨਾਂ ਦਾ ਫਾਇਦਾ ਕਿਹਨੂੰ ਹੋਇਆ? ਉਹ ਤਾਂ ਮੇਰਾ ਖਿਆਲ ਇਹਨਾਂ ਨੂੰ ਇੱਕ ਤੁਸੀਂ ਸੁਣੀ ਹੋਣਾ, ਪਿੱਛੇ ਚੀਕੂਆਂ ਚਾਕੂਆਂ ਦਾ ਬੜਾ ਰੌਲਾ ਪੈਂਦਾ ਰਿਹਾ, ਸੀਤਾਫਲ ਦਾ ਬੜਾ ਰੌਲਾ ਪੈਂਦਾ ਰਿਹਾ। ਆਹ ਦੇ ਕਦੀ ਖਾਧੇ ਨਹੀਂ, ਚੀਕੂ ਪਾਏ ਮਿਲ ਜਾਣ। ਸੋ ਭਾਜੀ ਨਿੱਜੀ ਉਹਨਾਂ ਨਿੱਜਤਾ ਆ, ਨਿੱਜੀ ਜ਼ਿੰਦਗੀ ਤੇ ਟਿੱਪਣੀ ਨਹੀਂ ਮੈਂ ਕਰਨੀ ਚਾਹੁੰਦਾ। ਸੋ ਕੈਪਟਨ ਸਾਹਿਬ ਨੂੰ ਵੀ ਇਹ ਸਾਡੀ ਸਲਾਹ ਆ ਕਿ ਹੁਣ ਲੋਕ ਲੀਡਰ ਵਾਲੀ ਪਛਾਣ ਜਿਹੜੀ ਉਹ ਨਹੀਂ ਰਹੀ। ਲੋਕ ਸੱਥਾਂ 'ਚ ਬਹਿ ਕੇ ਇਸ ਗੱਲ 'ਤੇ ਵੀ ਕਿੰਤੂ ਪ੍ਰੰਤੂ ਕਰਦੇ ਆ ਕਿ ਜਦੋਂ ਅਸੀਂ ਕਿਸੇ ਦੇ ਸਵਾਲ ਉਠਾਉਂਦੇ ਹਾਂ ਤਾਂ ਇੱਕ ਵਾਰੀ ਸਾਨੂੰ ਆਪਣੇ ਵੱਲ ਵੀ ਵੇਖ ਲੈਣਾ ਚਾਹੀਦਾ ਕਿ ਉਹਨਾਂ ਗੱਲਾਂ ਦੇ ਉੱਤੇ ਅਸੀਂ ਕਿੰਨਾ ਕੁ ਪਹਿਰਾ ਦਿੰਦੇ ਹਾਂ। ਸੋ ਕਾਂਗਰਸ ਦਾ ਕਲੇਸ਼ ਕਿੱਥੇ ਨਿਬੜਦਾ ਹੈ ਜਾਂ ਆਉਣ ਵਾਲੇ ਸਮੇਂ 'ਚ ਕੀ ਉਹਨਾਂ ਦੀ ਰਣਨੀਤੀ ਹੁੰਦੀ ਆ? ਪੰਜਾਬ ਦੇ ਲੋਕਾਂ ਨਾਲ ਕੀਤੇ ਜਿਹੜੇ ਵਾਅਦੇ ਆ ਉਹਨਾਂ ਨੂੰ ਇਹਨਾਂ 3-4 ਮਹੀਨਿਆਂ 'ਚ ਪੂਰਾ ਕਰ ਪਾਉਂਦੇ ਆ? ਲੋਕਾਂ 'ਚ ਜਾਣ ਲਈ, ਵੋਟ ਮੰਗਣ ਲਈ ਉਹ ਕਿਸ ਤਰ੍ਹਾਂ ਦੀ ਜਿਹੜੀ ਰੂਪ ਰੇਖਾ ਤਿਆਰ ਕਰਦੇ, ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਸੋ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਆਪਣੀ ਨਿੱਜੀ ਰਾਏ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਗਰਾਊਂਡ ਪੰਜਾਬ TV ਨਾਲ ਜੁੜੇ ਰਹਿਣਾ। ਕੋਸ਼ਿਸ਼ ਕਰਾਂਗੇ ਕਿ ਅਗਲੀ ਮੁਲਾਕਾਤ ਦੇ ਵਿੱਚ ਹੋਰ ਜਿਹੜੀਆਂ ਗੱਲਾਂ ਨੇ ਉਹ ਹੋਰ ਪਰਦੇ ਜਿਹੜੇ ਆ ਉਹ ਖੋਲ੍ਹੇ ਜਾਣ ਤਾਂ ਕਿ ਲੋਕਾਂ ਦੇ ਵਿੱਚ ਕੋਈ ਦੁਬਿਧਾ ਨਾ ਰਹਿ ਸਕੇ। ਸੋ ਅਜਨਾਲਾ ਤੋਂ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ।